सत श्री अकाल, स्वागत है गौरव शुक्ला। मैं हाँ तुहाडे नाल हाज़र हाँ खबरों का प्राइम टाइम लैके। ते प्राइम टाइम दे विच अज गल चक्कर दी, चोण चक्कर दी। जी हाँ, जलंधर जिमनी चोण नेड़े आ रही है। 10 मई नूं वोटां पैणीਆਂ ने, पर उस तो पहला सियासी पार्टियां हुण पूरा फोकस अपना ध्यान जलंधर दे उत्ते लगाउण दे विच लगियां होईयां ने, वो चाहे हाकम धिर होवे या फिर विरोधी धिरां, क्योंकि हर किसी नूं लग रहा है कि इत्थों दी जिੱਤ 24 दे लई राह पद्धरा कर सकदी है। आम तौर ते जदों इलैक्शन हुंदा है तां ਵੱਡੇ ਇਲੈਕਸ਼ਨ ਤੋਂ ਜਾਂ ਆਮ ਇਲੈਕਸ਼ਨ ਤੋਂ ਪਹਿਲਾਂ ਇਸ ਤਰੀਕੇ ਦਾ ਕੋਈ ਬਾਈ ਇਲੈਕਸ਼ਨ ਹੋਵੇ ਤਾਂ ਉਸ ਨੂੰ ਸੈਮੀਫਾਈਨਲ ਦੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ। ਇਸ ਕਰਕੇ ਅੱਜ ਜ਼ਿਮਨੀ ਚੋਣ ਦੀ ਗੱਲ ਕਿਉਂ ਤੇ ਚਰਚਾ ਕਿਉਂ? ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ। ਅਕਾਲੀ ਦਲ ਬਸਪਾ ਦਾ ਸਾਂਝਾ ਉਮੀਦਵਾਰ ਇੱਕ ਐਮਐਲਏ, ਮੌਜੂਦਾ ਐਮਐਲਏ ਦੇ ਉੱਤੇ ਹੀ ਦਾ ਖੇਡਿਆ ਗਿਆ। ਪੁਆਇੰਟ ਨੰਬਰ 2, जिस तरीके नाल इस समय सीएम तंज कस रहे हैं या फिर उन्हां दे निशाने दे उत्ते विरोधी ने, खास तौर ते सुखबीर सिंह बादल श्रोमणी अकाली दल दे प्रधान, वो भी इस पूरे चोण अखाड़े नूं भखाउंदा होया स्टेटमेंट या उन्हां दीयां स्टेटमेंट्स नजर आ रही ने। इस सब दे विचाले विजिलेंस दे एक्शन भी नजर आ रहे हैं। साबका सीएम चरणजीत सिंह चन्नी नूं विजिलेंस ने तलब किया है और कांग्रेस इस नूं जलंधर इलैक्शन दे नाल जोड़ के देख रही है। ਅੱਜ ਚਰਚਾ ਇਸ ਕਰਕੇ ਸਾਰੇ ਮੁੱਦਿਆਂ ਦਾ ਤੁਸੀਂ ਕਹੋ ਤਾਂ ਨਿਚੋੜ ਇਹੀ ਹੈ ਕਿ ਜਲੰਧਰ ਦੇ ਵਿੱਚ ਜਿੱਤੇਗਾ ਕੌਣ, ਬਾਜ਼ੀ ਕੌਣ ਮਾਰੇਗਾ, ਜਲੰਧਰ ਦੇ ਵਿੱਚ ਕਿਸ ਦੇ ਹੱਕ ਦੇ ਵਿੱਚ ਲੋਕਾਂ ਨੇ ਵੋਟ ਕਰ ਦੇਣੀ ਹੈ। ਕਰੀਬ ਇੱਕ ਮਹੀਨਾ ਬਾਕੀ ਹੈ ਜਦੋਂ ਲੋਕਾਂ ਨੇ ਉੱਥੇ ਵੋਟ ਕਰਨੀ ਹੈ, ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਹੈ, ਪਰ ਉਸ ਤੋਂ ਪਹਿਲਾਂ ਸਿਆਸੀ ਅਖਾੜਾ ਜ਼ਰੂਰ ਮਗਿਆ ਹੋਇਆ ਹੈ। ਤੇ ਪੁਆਇੰਟ ਇਹ ਵੀ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਔਰ ਇਹ ਇਲੈਕਸ਼ਨ ਦੇ ਵਿੱਚ ਕੋਈ ਨਵੀਂ ਗੱਲ ਵੀ ਨਹੀਂ। ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੀ ਸਥਿਤੀ, ਬਿਆਨ ਜਾਂ ਕਹੀਏ ਕਿ ਹਾਲਾਤ ਸਭ ਕੁਝ ਸੇਮ ਬਣਦੇ ਹੋਏ ਵੱਖ-ਵੱਖ ਇਲੈਕਸ਼ਨਸ ਦੇ ਉੱਤੇ ਆਪਾਂ ਸਾਰੇ ਦੇਖ ਚੁੱਕੇ ਹਾਂ। ਤਾਂ ਅੱਜ ਚਰਚਾ ਕਰਾਂਗੇ ਕਿ ਇਸ ਚੋਣ ਚੱਕਰ ਦੇ ਵਿੱਚ ਟੱਕਰ ਹੋਵੇਗੀ ਕਿਸ ਦੀ। ਚੋਣ ਚੱਕਰ, ਮੈਂ ਜਲੰਧਰ ਜ਼ਿਮਨੀ ਚੋਣ ਦਾ ਪੂਰਾ ਅਖਾੜਾ ਦਾ ਜ਼ਿਕਰ ਕਰ ਰਿਹਾ। ਚੋਣ ਚੱਕਰ 'ਚ ਟੱਕਰ ਕਿਸ ਦੀ ਹੋਏਗੀ ਤੇ ਬਾਜ਼ੀ ਮਾਰੇਗਾ ਕੌਣ? ਤਾਂ ਸ਼ੁਰੂਆਤ 3 ਤਸਵੀਰਾਂ ਦੇ ਨਾਲ ਅੱਜ ਅਸੀਂ ਕਰਨ ਜਾ ਰਹੇ ਹਾਂ। ਇੱਕ ਰਿਪੋਰਟ ਵੀ ਤੁਹਾਨੂੰ ਦਿਖਾਵਾਂਗੇ, ਪਰ ਪਹਿਲਾਂ 3 ਤਸਵੀਰਾਂ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਕਿ ਇਹਨਾਂ ਬਿਆਨਾਂ ਨੇ, ਹਲਚਲ ਨੇ ਪੂਰਾ ਅਖਾੜਾ, ਚੋਣ ਅਖਾੜਾ ਪਖਾਇਆ ਹੋਇਆ ਹੈ। ਇੱਕ ਪਾਸੇ ਸੀਐਮ ਦੇ ਨਿਸ਼ਾਨੇ ਦੇ ਉੱਤੇ, ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਤੇ ਕੌਣ ਹੈ? ਅਕਾਲੀ ਦਲ ਦੇ ਪ੍ਰਧਾਨ। ਇੱਕ ਸਟੇਟਮੈਂਟ ਉਹਨਾਂ ਦੀ ਆਈ ਕਿ ਸੁਖਬੀਰ ਬਾਦਲ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਇਹ ਲਾਈਟ ਜਦੋਂ ਝਮੱਕਾ ਮਾਰਦੀ ਹੈ ਉਸ ਨੂੰ ਉਹ ਕੀ ਹੁੰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੇ ਕਦੇ ਜਾ ਕੇ ਜਿੱਥੇ ਲੇਬਰ ਚੌਂਕ ਹੁੰਦਾ ਹੈ ਉੱਥੇ ਆਪਣੀ ਗੱਡੀ ਨਹੀਂ ਖੜਾਈ ਹੋਣੀ। ਅਕਾਲੀ ਦਲ ਦੇ ਪ੍ਰਧਾਨ ਨੇ ਕਹਿੰਦੇ ਤਿੱਖੇ ਤੰਜ ਨੇ, ਉਹ ਕਹਿੰਦੇ ਦਿਹਾੜੀ ਫੁੱਟਣੀ ਨਹੀਂ ਪਤਾ ਹੋਣਾ ਉਹਨਾਂ ਨੂੰ ਕੀ ਹੁੰਦਾ ਹੈ। ਇੱਕ ਪਾਸੇ ਸੁਖਬੀਰ ਬਾਦਲ ਦੇ ਉੱਤੇ ਤੰਜ ਕਸੇ ਜਾ ਰਹੇ ਨੇ ਤਾਂ ਦੂਜੇ ਪਾਸੇ ਸੁਖਬੀਰ ਬਾਦਲ ਆਪਣੇ ਉਮੀਦਵਾਰ ਨੂੰ ਨਾਲ ਲੈ ਕੇ ਮੀਡੀਆ ਦੇ ਸਾਹਮਣੇ ਆਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਨਾਲ ਹੀ ਬੀਐਸਪੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਉੱਥੇ ਮੌਜੂਦ ਸੀ ਔਰ ਸਾਂਝੇ ਤੌਰ ਤੇ ਉਮੀਦਵਾਰ ਐਲਾਨਿਆ ਗਿਆ ਹੈ ਸੁਖਵਿੰਦਰ ਕੁਮਾਰ ਸੁੱਖੀ ਨੂੰ, ਮੌਜੂਦਾ ਬੰਗਾ ਤੋਂ ਵਿਧਾਇਕ ਨੇ ਔਰ ਹੁਣ ਜਲੰਧਰ ਦੇ ਵਿੱਚ ਐਮਪੀ ਦੀ ਚੋਣ ਲੜ ਰਹੇ ਨੇ। ਉਸ ਤੋਂ ਬਾਅਦ ਸਾਬਕਾ ਸੀਐਮ ਖੂਬ ਚਰਚਾ ਦੇ ਵਿੱਚ ਨੇ ਚਰਨਜੀਤ ਸਿੰਘ ਚੰਨੀ, ਤੇ ਉਹਨਾਂ ਨੂੰ ਵਿਜੀਲੈਂਸ ਨੇ ਤਲਬ ਕਰ ਲਿਆ। ਸਵਾਲ ਜਵਾਬ ਕੀਤੇ ਜਾਣਗੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ। ਚੰਨੀ ਸਣੇ ਬਹੁਤ ਸਾਰੇ ਨਾਮ ਨੇ ਸਾਬਕਾ ਸਰਕਾਰ ਦੇ ਸਮੇਂ ਜਿਹੜੇ ਮੰਤਰੀਆਂ ਦੇ ਅਹੁਦੇ ਉੱਤੇ ਰਹੇ, ਉਹਨਾਂ ਨੂੰ ਵੀ ਸੰਮਨ ਹੋਏ ਨੇ। ਇਸ ਤੋਂ ਪਹਿਲਾਂ ਚੰਨੀ ਵੀ ਉਸ ਲਿਸਟ ਦੇ ਵਿੱਚ ਹੋ ਗਏ ਨੇ। ਹੋਰ ਕਿਹੜੇ ਉਹ ਮੰਤਰੀ ਸੀ ਜਿਹੜੇ ਸਾਬਕਾ ਨੇ, ਉਹਨਾਂ ਨੂੰ ਸੰਮਨ ਕੀਤੇ ਗਏ ਨੇ ਪਹਿਲਾਂ, ਉਹ ਵੀ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਅੱਗੇ ਦਿਖਾਵਾਂਗੇ। ਸਾਬਕਾ ਸੀਐਮ ਨੂੰ ਕੀਤੇ ਗਏ ਸੰਮਨ ਨੂੰ ਕਾਂਗਰਸ ਜੋੜ ਕੇ ਦੇਖ ਰਹੀ ਹੈ ਬਾਈ ਇਲੈਕਸ਼ਨ ਦੇ ਨਾਲ, ਜ਼ਿਮਨੀ ਚੋਣ ਦੇ ਨਾਲ। ਇੱਕ ਛੋਟੀ ਜਿਹੀ ਰਿਪੋਰਟ ਤੋਂ ਬਾਅਦ ਫਿਰ ਆਪਾਂ ਚਰਚਾ ਦੀ ਸ਼ੁਰੂਆਤ ਕਰਾਂਗੇ। ਸਾਬਕਾ ਮੁੱਖ ਮੰਤਰੀ ਚੰਨੀ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਭੇਜ ਕੇ ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ। ਮੋਹਾਲੀ ਦੇ ਵਿੱਚ ਵਿਜੀਲੈਂਸ ਦੇ ਹੈੱਡਕੁਆਰਟਰ ਵਿੱਚ ਬੁੱਧਵਾਰ ਦੀ ਸਵੇਰ ਚੰਨੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਮਲਾ ਆਮਦਨ ਦੇ ਨਾਲੋਂ ਵੱਧ ਜਾਇਦਾਦ ਦਾ ਹੈ, ਪਰ ਇਸ ਸਮਨ ਨੂੰ ਕਾਂਗਰਸ ਨੇ ਜਲੰਧਰ ਦੀ ਜ਼ਿਮਨੀ ਚੋਣ ਨਾਲ ਜੋੜ ਦਿੱਤਾ। ਕਾਂਗਰਸ ਨੇ ਟਵਿੱਟਰ ਹੈਂਡਲ ਤੋਂ ਪੰਜਾਬ ਕਾਂਗਰਸ ਨੇ ਟਵੀਟ ਕੀਤਾ, ਡਰਾਂਗੇ ਨਹੀਂ ਹਰਾਵਾਂਗੇ @AAP पंजाब। Vigilance completely is being used as a political tool। ਅਸੀਂ ਕਹਿੰਦੇ ਆ ਚੰਨੀ ਜੀ 1 ਸਾਲ ਦੇ ਇੱਥੇ ਨੇ, ਤੁਸੀਂ ਸਮਝਦੇ ਹੋ, ਪੰਜਾਬ 'ਚ ਹੀ ਨੇ। ਤੁਸੀਂ ਇਹ ਜ਼ਰੂਰ ਨੋਟਿਸ ਕਰਨਾ ਸੀ, ਇਹ ਨੋਟਿਸ ਦੇ ਅਗੇਂਸਟ ਨਹੀਂ। ਅਸੀਂ ਕਹਿੰਦੇ ਪਿਕ ਐਂਡ ਚੂਜ਼ ਨਾ ਕਰੋ, ਨੋਟਿਸ ਕਰ ਲਿਆ ਇਲੈਕਸ਼ਨ ਤੋਂ ਬਾਅਦ ਕਰ ਲਓ। 10 ਨੂੰ ਮੁੱਕ ਜਾਣੀ, 11 12 13 ਨੂੰ ਸੱਦ ਲਓ। ਹੁਣ ਔਨ ਦੀ ਈਵ ਆਫ ਇਲੈਕਸ਼ਨ ਜਦੋਂ ਅਸੀਂ ਇੱਕ ਪਾਸੇ ਤੇ ਆਪਣੇ ਕੈਂਡੀਡੇਟ ਦੇ ਕਾਗਜ਼ ਭਰਨੇ ਨੇ 1-2 ਦਿਨ, ਅਸੀਂ ਉਹਨਾਂ ਨੂੰ ਸੱਦਿਆ ਸੀ ਕਿ ਤੁਸੀਂ ਆਓ, ਸਾਰੇ ਜਾਣੇ ਇਕੱਠੇ ਕਾਗਜ਼ ਭਰਾਉਣ ਜਾਵਾਂਗੇ। ਹੀ ਸੈਡ ਓਕੇ, ਤੇ ਕੱਲ ਨੋਟਿਸ ਕੱਲ ਹੋ ਸਕਦਾ ਅਸੀਂ ਸ਼ਾਇਦ ਪਰਸੋਂ ਹੀ ਕਾਗਜ਼ ਭਰਨੇ ਹੋਣ।
ਤੇ ਮੇਰੀ ਸਮਝਦੇ ਹੋ ਨਾ, ਇਟ ਇਜ਼ ਆਲ ਸੈਟ ਐਜ਼ ਅ ਪ੍ਰੋਪਰ। ਇੱਥੋਂ ਇਹ ਨਜ਼ਰ ਆਉਂਦਾ ਕਿ ਕਿੰਨਾ ਕੁ ਡਰ ਤੇ ਕਿੰਨਾ ਖੌਫ ਹੈ। ਜੇ ਭਗਵੰਤ ਮਾਨ ਨੂੰ ਆਪਣੀ ਪਾਲਿਸੀਜ਼ ਤੇ ਫੇਥ ਹੋਏ, ਉਹਨੂੰ ਇਸ ਕਿਸਮ ਦਾ ਆਲੇ ਦੁਆਲੇ ਉਹ ਮਾਲ ਚੁੱਕਣ ਦੀ ਲੋੜ ਹੀ ਹੈ ਨਹੀਂ। ਚੰਨੀ ਨੂੰ ਮਿਲਾ ਕੇ ਹੁਣ ਤੱਕ ਪਿਛਲੀ ਸਰਕਾਰ ਦੇ ਕੁੱਲ 8 ਚਿਹਰਿਆਂ ਨੂੰ ਪੁੱਛ ਪੜਤਾਲ ਦੇ ਲਈ ਵਿਜੀਲੈਂਸ ਸੱਦ ਚੁੱਕੀ ਹੈ। ਇਹਨਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ, ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਘੁਟਾਲਾ ਅਤੇ ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ, ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਨੂੰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲਾ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ, ਸਾਬਕਾ ਮੰਤਰੀ ਵਿਜੇਂਦਰ ਸਿੰਗਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦੇਣ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਹੈ। ਉਧਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਕਿ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ ਅਤੇ ਭ੍ਰਸ਼ਟਾਚਾਰ ਕਰਨ ਵਾਲੇ ਆਗੂਆਂ ਤੇ ਕਾਰਵਾਈ ਕੀਤੀ ਜਾਵੇਗੀ। ਕਾਨੂੰਨ ਤੋਂ ਕੋਈ ਵੀ ਵਿਅਕਤੀ ਵੱਡਾ ਨਹੀਂ ਹੋ ਸਕਦਾ। ਜਿਹੜਾ ਟੈਕਸ ਪੇਅਰ ਦਾ ਪੈਸਾ, ਜਿਹੜਾ ਇਮਾਨਦਾਰੀ ਨਾਲ ਲੋਕਾਂ ਨੇ ਪੈਸਾ ਕਮਾਇਆ, ਜਿਹਨੇ ਉਸ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ 'ਚ ਠੱਗੀ ਮਾਰੀ ਆ, ਉਹਦਾ ਜਿਹੜਾ ਹੈਗਾ ਉਹਦਾ ਮਿਸਯੂਜ਼ ਕੀਤਾ ਕਿ ਉਹਦੇ ਖਿਲਾਫ ਕਾਰਵਾਈ ਹੋਊਗੀ। ਕੋਈ ਵੀ ਵਿਅਕਤੀ ਵੀ ਕਾਨੂੰਨ ਤੋਂ ਵੱਡਾ ਨਹੀਂ ਹੋ ਚੰਨੀ ਸਕਦਾ। ਕਹਿ ਰਿਹਾ ਮੇਰੇ ਖਿਲਾਫ ਲੁਕਆਊਟ ਨੋਟਿਸ ਆਇਆ, ਮੈਨੂੰ ਫਸਾਇਆ ਜਾ ਰਿਹਾ, ਸਿਆਸੀ ਬਦਲਾਖੋਰੀ ਕੀਤੀ ਜਾ ਰਹੀ, ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸੇ ਵੀ ਵਿਅਕਤੀ ਨੂੰ ਫਸਾਇਆ ਨਹੀਂ ਜਾ ਰਿਹਾ, ਬਲਕਿ ਕਾਨੂੰਨ ਦੇ ਹੱਥ ਪਹਿਲੀ ਵਾਰ ਖੁੱਲੇ ਨੇਗੇ। ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਗਏ ਸਮਨ ਦੇ ਨਾਲ ਸਿਆਸਤ ਪੱਕੀ ਹੋਈ ਹੈ। ਹੁਣ ਵੇਖਣਾ ਇਹ ਹੈ ਕਿ ਬੁੱਧਵਾਰ ਨੂੰ ਹੋਣ ਵਾਲੀ ਪੁੱਛਗਿੱਛ ਤੋਂ ਬਾਅਦ ਕਿਹੜੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ। ਜਲੰਧਰ ਤੋਂ ਸੁਰਿੰਦਰ ਕੰਬੋਜ ਦੇ ਨਾਲ ਚੰਡੀਗੜ੍ਹ ਤੋਂ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਹੋਵੇਗੀ ਕਿਉਂਕਿ ਜਲੰਧਰ ਦਾ ਅਖਾੜਾ ਭਖ ਰਿਹਾ ਤੇ ਸਭ ਦੇ ਵਿਚਾਲੇ ਸਟੇਟਮੈਂਟਸ ਦੀ ਝੜੀ ਹੈ। ਇੱਕ ਦੂਜੇ ਦੇ ਉੱਤੇ ਵਾਰ ਪਲਟਵਾਰ ਹੋ ਰਹੇ ਨੇ ਔਰ ਉਮੀਦਵਾਰਾਂ ਦਾ ਐਲਾਨ ਵੀ ਹੋ ਗਿਆ। ਬੀਜੇਪੀ ਦੇ ਵੀ ਸਾਡੇ ਨੁਮਾਇੰਦੇ ਜਿਹੜੇ ਹੈਗੇ ਨੇ ਨਾਲ ਸਾਡੇ ਜੁੜਨਗੇ, ਬੀਜੇਪੀ ਦੇ ਨੁਮਾਇੰਦੇ ਵੀ, ਉਹਨਾਂ ਤੋਂ ਪੁੱਛਾਂਗੇ ਕਿਉਂਕਿ ਉਹਨਾਂ ਨੇ ਹੁਣ ਤੱਕ ਆਪਣਾ ਕੈਂਡੀਡੇਟ ਅਨਾਉਂਸ ਨਹੀਂ ਕੀਤਾ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ, ਗੱਲਬਾਤ ਕਰਾਂਗੇ ਉਹਨਾਂ ਤੋਂ। ਸਾਡੇ ਨਾਲ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਗੋਵਿੰਦਰ ਮਿੱਤਲ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ। ਮਿੱਤਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਅੰਮ੍ਰਿਤ ਗਿੱਲ ਜੀ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਕਾਂਗਰਸ ਨੂੰ, ਬਹੁਤ ਬਹੁਤ ਸਵਾਗਤ ਹੈ ਅੰਮ੍ਰਿਤ ਜੀ ਤੁਹਾਡਾ ਵੀ। ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਵਲਟੋਹਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਐਸਐਸ ਚੰਨੀ ਜੀ ਸਾਡੇ ਨਾਲ ਜੁੜ ਰਹੇ ਨੇ, ਕੁਝ ਹੀ ਪਲਾਂ ਦੇ ਵਿੱਚ ਸਕਰੀਨ ਦੇ ਉੱਤੇ ਤੁਹਾਨੂੰ ਨਜ਼ਰ ਆਣਗੇ। ਐਸਐਸ ਚੰਨੀ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਥੋੜੀ ਦੇਰ ਦੇ ਵਿੱਚ ਸਾਡੇ ਨਾਲ ਉਹ ਵੀ ਜੁੜਨਗੇ। ਮੈਂ ਸ਼ੁਰੂਆਤ ਕਰਦਾ ਸਾਰੇ ਮਹਿਮਾਨਾਂ ਦਾ ਸਵਾਗਤ। ਮਿੱਤਲ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਦੇਖੋ, ਜਦੋਂ ਸਰਕਾਰ ਦੇ ਵਿੱਚ ਸੱਤਾ ਧਿਰ ਦੇ ਵਿੱਚ ਹੋਵੋ ਤਾਂ ਫਿਰ ਸਾਖ ਦਾ ਸਵਾਲ ਤਾਂ ਹੁੰਦਾ ਹੀ ਹੈ। ਕੋਈ ਵੀ ਛੋਟੀ ਇਲੈਕਸ਼ਨ ਹੋਵੇ, ਕੋਈ ਵੱਡੀ ਹੋਵੇ, ਚਾਹੇ ਉਹ ਬਲਾਕ ਸਮਿਤੀ ਦੀ ਹੋਵੇ, ਫਿਰ ਚਾਹੇ ਉਹ ਐਮਪੀ ਵਾਲੀ ਜ਼ਿਮਨੀ ਚੋਣ ਹੋਵੇ, ਸਾਖ ਦਾ ਸਵਾਲ ਤੁਹਾਨੂੰ ਲੱਗਦਾ ਕਿ ਇਸ ਵਾਰ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਸੰਗਰੂਰ ਵਾਲਾ ਰਿਜ਼ਲਟ ਤੁਸੀਂ ਦੇਖਿਆ। ਮੈਂ ਸ਼ੁਰੂਆਤ ਇੱਥੋਂ ਵੀ ਕਰਦਾ ਕਿ ਤੁਸੀਂ ਸਾਬਕਾ ਵਿਧਾਇਕ ਲੈ ਕੇ ਆਏ ਬਤੌਰ ਉਮੀਦਵਾਰ ਬਣਾ ਕੇ ਮੈਦਾਨ ਦੇ ਵਿੱਚ, ਅਕਾਲੀ ਦਲ ਨੇ ਮੌਜੂਦਾ ਵਿਧਾਇਕ ਲਿਆ ਕੇ ਖੜਾ ਕਰ ਦਿੱਤਾ ਤੁਹਾਡੇ ਮੁਕਾਬਲੇ ਦੇ ਵਿੱਚ ਐਮਪੀ ਦੀ ਚੋਣ ਦੇ ਵਿੱਚ, ਜ਼ਿਮਨੀ ਇਲੈਕਸ਼ਨ 'ਚ। ਨਹੀਂ ਦੇਖੋ ਗੌਰਵ ਜੀ, ਗੱਲ ਇਹ ਆ, ਜਲੰਧਰ ਜਿਮਨੀ ਚੋਣ ਹੋਵੇ ਜਾਂ ਸੰਗਰੂਰ ਜਿਮਨੀ ਚੋਣ ਹੋਵੇ, ਦੋਨਾਂ ਦੇ ਵਿੱਚ ਇੱਕ ਬੜਾ ਵੱਡਾ ਡਿਫਰੈਂਸ ਹੈਗਾ। ਜਿੱਥੇ ਤੱਕ ਸੰਗਰੂਰ ਦੀ ਤੁਸੀਂ ਗੱਲ ਕਰਦੇ ਹੋ, ਸੰਗਰੂਰ ਦੀ ਇਲੈਕਸ਼ਨ ਦੇ ਜਿਹੜੇ ਹੈਗੇ ਸੀ, ਉਹ ਸਰਕਾਰ ਬਣ ਤੋਂ 2-3 ਮਹੀਨੇ ਬਾਅਦ ਇਲੈਕਸ਼ਨ ਆਈ ਸੀ। ਉਦੋਂ ਲੋਕਾਂ ਦੀ ਉਮੀਦਾਂ ਬੜੀਆਂ ਹਾਈ ਸੀਗੀਆਂ ਕਿਉਂਕਿ ਲੋਕਾਂ ਨੇ 92 ਸੀਟਾਂ ਦੇ ਕੇ ਸਰਕਾਰ ਬਣਾਈ ਸੀ ਔਰ ਸਰਕਾਰ ਨੂੰ ਬਣੇ ਹੋਏ ਬਹੁਤ ਥੋੜਾ ਜਿਹੜਾ ਹੈਗਾ ਸੀ ਸਮਾਂ ਹੋਇਆ ਸੀ ਔਰ ਸਰਕਾਰ ਨੇ ਕੋਈ ਬਹੁਤ ਵੱਡੀ ਪ੍ਰਾਪਤੀ ਉਸ ਟਾਈਮ ਦੇ ਵਿੱਚ ਨਹੀਂ ਕੀਤੀ ਸੀ 3 ਮਹੀਨਿਆਂ ਦੇ ਵਿੱਚ, ਜਿਹੜੀ ਲੋਕਾਂ ਨੂੰ ਦੱਸੀ ਜਾ ਸਕੇ। ਤੇ ਕਿਉਂਕਿ ਔਰ ਦੂਸਰੇ ਪਾਸੇ ਜਿਹੜੀ ਹੈਗੀ ਸੀ, ਔਰ ਅਗਰ ਸੰਗਰੂਰ ਇਲੈਕਸ਼ਨ ਦੀ ਗੱਲ ਕਰੋਗੇ ਤਾਂ ਵੀ ਸੰਗਰੂਰ ਦੇ ਵਿੱਚ ਵੀ ਸਾਨੂੰ ਜਿਹੜੀ ਹੈਗੀ, ਅਸੀਂ ਦੂਜੇ ਨੰਬਰ ਤੇ ਰਹੇ ਹਾਂ। ਅਸੀਂ ਸਿਰਫ 5000 ਵੋਟ ਦੇ ਮਾਰਜਨ ਤੇ ਹਾਰੇ ਆ ਤੇ ਉਸ ਚੀਜ਼ ਨੂੰ, ਜਿੰਨੀ ਵੋਟ ਸਾਨੂੰ ਪਈ ਹੈ ਉੱਥੇ, ਉਸ ਚੀਜ਼ ਨੂੰ ਬਿਲਕੁਲ ਇਗਨੋਰ ਕਰ ਦੇਣਾ ਕਿ ਜੀ ਲੋਕ ਇਹਨਾਂ ਤੋਂ ਅਗੇਂਸਟ ਸੀਗੇ, ਲੋਕ ਐਂਟੀ ਸੀ, ਲੋਕ ਖੁਸ਼ ਨਹੀਂ, ਤੇ ਜਿਹੜਾ ਇੱਕ ਵੱਡਾ ਵੋਟ ਬੈਂਕ ਸਾਡੇ ਹੱਕ ਦੇ ਵਿੱਚ ਭੁਗਤਿਆ ਤੇ ਉਹ ਸਾਡੀ ਪ੍ਰਾਪਤੀ ਸੀਗੀ। ਬੀਜੇਪੀ ਦੀ ਅਗਰ ਤੁਸੀਂ ਗੱਲ ਕਰ ਲਓ ਜਾਂ ਕਾਂਗਰਸ ਦੀ ਗੱਲ ਕਰ ਲਓ, ਅਕਾਲੀ ਦਲ, ਇਹਨਾਂ ਦੀ ਤਾਂ ਉੱਥੇ ਜ਼ਮਾਨਤਾਂ ਜ਼ਬਤ ਹੋ ਗਈਆਂ। ਇਹ ਤਾਂ ਕਿਸੇ ਹਾਰ ਤਾਂ ਹਾਰ ਹੁੰਦੀ ਹੈ, ਚਾਹੇ 5 ਵੋਟਾਂ ਨਾਲ ਹੋਵੇ, 5000 ਨਾਲ ਹੋਵੇ, 5 ਲੱਖ ਨਾਲ। ਦੇਖੋ, ਜਿਹੜੀ ਉੱਥੇ ਵੋਟ ਸਾਨੂੰ ਪਈ ਆ, ਉਸ ਵੋਟ ਦਾ ਜਿਹੜਾ ਇੱਕ ਅੰਕੜਾ ਹੈਗਾ, ਉਸ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਲੋਕ ਜਿਹੜੇ ਹੈਗੇ ਨੇ, ਉਹਨਾਂ ਨੂੰ ਸਰਕਾਰ ਦੇ ਉੱਤੇ ਭਰੋਸਾ ਸੀ, ਸਰਕਾਰ ਦੀਆਂ ਪ੍ਰਾਪਤੀਆਂ ਦੇ ਉੱਪਰ ਭਰੋਸਾ ਸੀਗਾ ਔਰ ਉਹਨਾਂ ਨੇ ਸਰਕਾਰ ਦੇ ਉੱਤੇ ਫੇਥ ਜਿਹੜਾ ਹੈਗਾ ਸੀ ਆਪਣਾ ਪ੍ਰਗਟ ਕੀਤਾ। ਇਸੇ ਕਰਕੇ ਅਸੀਂ 5000 ਵੋਟ ਤੇ ਹਾਰੇ ਹਾਂ। ਸਾਡੀ ਕੋਈ ਇਹਨਾਂ ਵਾਂਗੂ ਜ਼ਮਾਨਤ ਜ਼ਬਤ ਥੋੜੀ ਹੋਈ ਹੈਗੀ।
ਤੇ ਦੂਸਰੇ ਪਾਸੇ ਸਿਮਰਜੀਤ ਸਿੰਘ ਮਾਨ ਉਹ ਕੈਂਡੀਡੇਟ ਸੀ ਜਿਹੜੇ 2 ਵਾਰ ਪਹਿਲਾਂ ਐਮਪੀ ਰਹੇ ਨੇ, ਇੱਕ ਵਾਰ ਸੰਗਰੂਰ ਤੋਂ, ਇੱਕ ਵਾਰ ਤਰਨਤਾਰਨ ਤੋਂ, ਔਰ ਉਹ ਤੀਸਰੀ ਵਾਰ ਇਸ ਵਾਰ ਐਮਪੀ ਬਣੇ ਨੇ ਸੰਗਰੂਰ ਦੇ ਉੱਤੋਂ। ਤੇ ਇਸ ਕਰਕੇ ਉਹਨਾਂ ਦਾ ਵੀ ਇੱਕ ਕੱਦ ਸੀਗਾ ਔਰ ਲੋਕਾਂ ਨੇ ਸਾਡੇ ਜਿਹੜੇ ਕੈਂਡੀਡੇਟ ਦੇ ਮੁਕਾਬਲੇ ਸਿਮਰਜੀਤ ਸਿੰਘ ਮਾਨ ਨੂੰ ਚੁਣਿਆ। ਤੇ ਦੂਸਰੀ ਗੱਲ ਜਦੋਂ ਤੱਕ ਜਲੰਧਰ ਦੀ ਗੱਲ ਆ, ਜਲੰਧਰ ਦੇ ਵਿੱਚ ਦੇਖੋ ਸਾਡੀ ਦੇਖੋ ਹਰਪਾਲ ਸਿੰਘ ਚੀਮਾ ਜੀ ਨੂੰ ਚੋਣ ਇੰਚਾਰਜ ਲਾਇਆ, ਲਗਾਤਾਰ ਉੱਥੇ ਲੱਗੇ ਹੋਏ ਨੇ, ਬਰਸਟ ਸਾਹਿਬ ਦੇ ਨਾਲ ਉੱਥੇ ਲੱਗੇ ਹੋਏ ਨੇ, ਸਾਰੀ ਟੀਮ ਉੱਥੇ ਲੱਗੀ ਹੋਈ ਹੈ, ਲਗਾਤਾਰ ਚੀਮਾ ਸਾਹਿਬ ਮੀਟਿੰਗਾਂ ਕਰ ਰਹੇ ਨੇ। ਤੇ ਸਾਹਮਣੇ ਵਿਧਾਇਕ ਨੇ ਮੌਜੂਦਾ, ਉਹ ਕਹਿ ਰਹੇ ਕਿ ਬੰਗਾ ਜਾਓ, ਦੇਖੋ ਉੱਥੇ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਕੰਮ ਕੀਤਾ ਮੈਂ ਬਤੌਰ ਐਮਐਲਏ, ਫਿਰ ਮੈਨੂੰ ਵੋਟ ਪਾ ਦਿਓ। ਨਹੀਂ ਦੇਖੋ ਬੰਗਾ ਤਾਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਅਕਾਲੀ ਦਲ ਜਿਹੜੇ ਕੈਂਡੀਡੇਟ ਨੇ ਉਹ ਹੈਗੇ ਜਲੰਧਰ ਲਈ ਆਊਟਸਾਈਡਰ ਨੇ, ਕਿਉਂਕਿ ਬੰਗਾ ਜਿਹੜਾ ਅਨੰਦਪੁਰ ਸਾਹਿਬ ਕੰਸਟੀਚੁਐਂਸੀ ਦਾ ਪਾਰਟ ਆ, ਅਗਰ ਮੈਂ ਗਲਤ ਨਹੀਂ ਆ। ਬੰਗਾ ਜਿਹੜਾ ਵਿਧਾਨ ਸਭਾ ਅਨੰਦਪੁਰ ਸਾਹਿਬ ਕੰਸਟੀਚੁਐਂਸੀ ਲੋਕ ਸਭਾ ਦਾ ਪਾਰਟ ਆ, ਤੇ ਜਲੰਧਰ ਦੇ ਲਈ ਬਾਹਰਲੇ ਕੈਂਡੀਡੇਟ ਨੇ। ਤੇ ਇਹ ਪਹਿਲੀ ਗੱਲ ਤਾਂ ਕਿ ਅਕਾਲੀ ਦਲ ਬੀਐਸਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ, ਜਿਹੜਾ ਮਿਲਿਆ ਉਹ ਵੀ ਮੌਜੂਦਾ ਇੱਕ ਐਮਐਲਏ ਖੜਾ ਕਰਨਾ ਪੈ ਗਿਆ, ਉਹ ਵੀ ਬਾਹਰੋਂ ਲਿਆ ਕੇ ਨਾਲ ਦੀ ਇੱਕ ਵਿਧਾਨ ਸਭਾ ਤੋਂ ਲਿਆ ਕੇ, ਮਤਲਬ ਜਲੰਧਰ ਦੇ ਵਿੱਚੋਂ ਕੋਈ ਕੈਂਡੀਡੇਟ ਹੀ ਨਹੀਂ ਮਿਲਿਆ। ਔਰ ਅਕਾਲੀ ਦਲ ਬੀਐਸਪੀ ਦਾ ਇਹ ਹਸ਼ਰ, ਤੇ ਇਹ ਤਾਂ ਪਹਿਲਾਂ ਹੀ ਪਤਾ ਲੱਗਾ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਔਰ ਇਹ ਚੌਥੇ ਨੰਬਰ ਤੇ ਰਹਿਣਾ ਇਹਨਾਂ ਨੇ। ਤੇ ਆਮ ਆਦਮੀ ਪਾਰਟੀ ਪੂਰੇ ਦਾਅਵੇ ਦੇ ਨਾਲ ਕਹਿ ਰਿਹਾ ਮੈਂ, ਆਮ ਆਦਮੀ ਪਾਰਟੀ ਇਹ ਚੋਣ ਜਿੱਤੇਗੀ ਔਰ ਇੱਕ ਹੈਂਡਸਮ ਨੰਬਰ ਦੇ ਨਾਲ ਜਿੱਤੇਗੀ। ਔਰ ਤੁਹਾਡੇ ਸਾਹਮਣੇ ਹੀ ਆ ਕਿ ਜਲੰਧਰ ਦੇ ਲੋਕ ਕਿਸ ਤਰੀਕੇ ਨਾਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੈਲਕਮ ਕਰ ਰਹੇ ਨੇ। ਤੁਸੀਂ ਉੱਥੇ ਚਾਹੇ ਆਪਣੀ ਟੀਮ ਤੁਹਾਡੀ ਲੱਗੀਆਂ ਹੋਣਗੀਆਂ, ਆਲਰੇਡੀ ਤੁਸੀਂ ਕਵਰ ਵੀ ਕਰ ਰਹੇ ਹੋ, ਤੇ ਸਾਰਾ ਕੁਝ ਉੱਥੇ ਤੁਹਾਡੇ ਸਾਹਮਣੇ ਆ ਜਾਏਗਾ ਕਿ ਆਮ ਆਦਮੀ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਇਲੈਕਸ਼ਨ ਜਿਹੜੀ ਜਲੰਧਰ ਦੀ ਸਰ ਦੇਖੋ ਐਗਜ਼ਿਟ ਪੋਲ, ਓਪੀਨੀਅਨ ਪੋਲ ਬਹੁਤ ਲੈ ਕੇ ਆਉਂਦੇ ਆ ਮੀਡੀਆ ਚੈਨਲਸ, ਸਾਡੇ ਵੀ ਆਉਂਦੇ, ਫਿਰ ਤੁਸੀਂ ਉਹਨਾਂ ਪਰ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ, ਮੈਂ ਸਿਰਫ ਤੁਹਾਨੂੰ ਨਹੀਂ ਕਹਿ ਰਿਹਾ, ਸਾਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਪਰ ਵਿਸ਼ਵਾਸ ਨਹੀਂ ਕਰਦੀਆਂ। ਇਸ ਕਰਕੇ ਭਰੋਸਾ ਜਾਂ ਕਹੀਏ ਕਿ ਸਹੀ ਅੰਕੜਾ ਜਾਂ ਰਿਜ਼ਲਟ ਤਾਂ ਲੋਕਾਂ ਦੇ ਵੋਟ ਪਾਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਸ ਦੇ ਲਈ ਆਪਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਹੋਏਗਾ 13 ਮਈ ਤੱਕ ਦਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਰੁਕ ਕਰਦਾ ਵਲਟੋਹਾ ਸਾਹਿਬ ਦਾ। ਵਲਟੋਹਾ ਸਾਹਿਬ ਦੇਖੋ, ਤੁਹਾਡੇ ਮੌਜੂਦਾ ਵਿਧਾਇਕ ਤੁਸੀਂ ਐਮਪੀ ਵਾਲੀ ਚੋਣ ਦੇ ਵਿੱਚ ਲਿਆ ਕੇ ਖੜੇ ਕਰ ਦਿੱਤੇ। ਪੁਆਇੰਟ ਨੰਬਰ 1 ਕਿਉਂ? ਤੇ ਦੂਜੀ ਗੱਲ, ਤੁਹਾਡੇ ਵਿਰੋਧੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ, ਕਹਿੰਦੇ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ, ਉਹ ਹੁਣ ਉਹੀ ਗੱਲ ਤੁਹਾਨੂੰ ਕਹਿ ਰਹੇ ਨੇ, ਕਹਿੰਦੇ ਇਹਨਾਂ ਨੂੰ ਜਲੰਧਰ ਦੇ ਵਿੱਚ ਕੋਈ ਕੈਂਡੀਡੇਟ ਹੀ ਨਹੀਂ ਮਿਲਿਆ, ਇਸ ਕਰਕੇ ਬਾਹਰੋਂ ਲਿਆ ਕੇ ਖੜਾ ਕਰਨਾ ਪੈ ਰਿਹਾ ਹੈ। ਲੋਕਲ ਨਹੀਂ ਗੌਰਵ ਜੀ, ਮੇਰੀ ਬੇਨਤੀ ਇੰਨੀ ਕੁ ਹੈ ਕਿ ਜਲੰਧਰ ਦੀ ਜਿਮਣੀ ਚੋਣ ਜਿਹੜੀ ਹੈ ਇਹ ਕੋਈ ਖੇਡ ਨਹੀਂ ਗੀ ਕਿ ਇਧਰੋਂ ਉਧਾਰਾ ਲੈ ਆਓ, ਪਹਿਲੋਂ 10 ਘਰਾਂ ਦੇ ਜਾ ਕੇ ਫੇਰੇ ਮਾਰੋ ਕਿ ਭਾਈ ਤੂੰ ਆ ਜਾ ਤੈਨੂੰ ਇਲੈਕਸ਼ਨ ਲੜਾ ਦਿੰਨੇ। ਤੇ ਮੇਰੇ ਖਿਆਲ ਆਮ ਆਦਮੀ ਪਾਰਟੀ ਨੇ ਚਾਹੇ ਕਾਂਗਰਸ ਨਾਲ ਸੰਬੰਧਿਤ ਸੀਗੇ, ਚਾਹੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸੀਗੇ, ਤੇ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਸੀ, ਕਈ ਸਿਰਕੱਢ ਆਗੂਆਂ ਤੱਕ ਪਹੁੰਚ ਕੀਤੀ ਕਿ ਸਾਡੀ ਪਾਰਟੀ 'ਚ ਆ ਜਾਓ, ਤੁਹਾਨੂੰ ਅਸੀਂ ਉਮੀਦਵਾਰ ਬਣਾ ਦਿੰਦੇ ਹਾਂ। ਔਰ ਸਾਡੀ ਪਾਰਟੀ ਦੇ ਵੀ, ਸ਼੍ਰੋਮਣੀ ਅਕਾਲੀ ਦਲ ਦੇ ਵੀ, ਔਰ ਜੇ ਕਹੋਗੇ ਤੇ ਓਪਨਲੀ ਵੀ ਕਹਿ ਦੇਣਗੇ। ਤੇ ਤੁਸੀਂ ਦੱਸੋ, ਜਿਹੜੀ ਪਾਰਟੀ ਦੂਜਿਆਂ ਤੇ ਉਂਗਲਾਂ ਚੁੱਕਦੀ ਹੈ ਤੇ ਜਿਹਨੂੰ ਉਮੀਦਵਾਰ ਬਣਾਉਣ ਵਾਸਤੇ ਹਰੇਕ ਰਾਜਨੀਤਿਕ ਦਲ ਦੇ ਸਿਰਕੱਢ ਆਗੂ ਦਾ ਦਰਵਾਜ਼ਾ ਖੜਕਾਉਣਾ ਪੈ ਜੇ, ਉੱਥੋਂ ਤੁਸੀਂ ਉਹਦੀ ਪੋਜੀਸ਼ਨ ਲਾ ਸਕਦੇ ਕਿ ਅੱਜ ਪੋਜੀਸ਼ਨ ਕੀ ਹੈ। ਦੂਜੀ ਰਹਿ ਗਈ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਹੋਰਾਂ ਨੂੰ ਉਮੀਦਵਾਰ ਬਣਾਇਆ। ਉਹਦੇ 'ਚ ਬੇਨਤੀ ਇੰਨੀ ਕੁ ਹੈ ਕਿ ਸੁੱਖੀ ਸਾਹਿਬ ਇੱਕ ਅਜਿਹੀ ਸ਼ਖਸੀਅਤ ਨੇ ਜਿਹੜੇ 2017 ਤੇ 2022 ਦੀਆਂ ਵੱਡੀਆਂ ਹਨੇਰੀਆਂ ਦੇ ਵਿੱਚ ਵੀ ਲੋਕਾਂ ਨੇ ਉਹਨਾਂ ਨੂੰ ਮਾਣ ਦਿੱਤਾ, ਸਤਿਕਾਰ ਦਿੱਤਾ, ਲੋਕਾਂ ਦੇ ਵਿੱਚ ਹਰਮਨ ਪਿਆਰਤਾ ਹੈ। ਔਰ ਤੁਸੀਂ ਵੀ ਉਹਨਾਂ ਦੀ ਜਿਹੜੀ ਹੈ ਕਾਰਵਾਈ ਵਿਧਾਨ ਸਭਾ 'ਚ ਵੀ ਤੇ ਬਾਹਰ ਦੇਖੀ ਹੋਊਗੀ ਕਿ ਅੱਜ ਪੰਜਾਬ ਨੂੰ ਜੇ ਲੋੜ ਹੈ ਤੇ ਅਜਿਹੇ ਆਗੂਆਂ ਦੀ ਲੋੜ ਹੈ। ਔਰ ਦਾਅਵਾ ਹਰ ਕੋਈ ਕਰਦਾ ਹੁੰਦਾ ਕਿ ਮੈਂ ਬੜਾ ਵਧੀਆ, ਸ਼ਾਇਦ ਮੇਰੇ ਵਰਗਾ ਵੀ ਕਰੂ ਕਿ ਮੈਂ ਬੜਾ ਵਧੀਆ, ਪਰ ਮੈਂ ਕਹੂੰਗਾ ਕਿ ਵਿਰਸਾ ਸਿੰਘ ਵਲਟੋਹਾ ਤੋਂ ਪਤਾ ਨਹੀਂ ਕਈ ਗੁਣਾ ਉਸ ਬੰਦੇ 'ਚ ਖਾਸੀਅਤ ਨੇ ਜਿਹੜੀਆਂ ਅੱਜ ਇੱਕ ਆਗੂ 'ਚ ਹੋਣੀਆਂ ਚਾਹੀਦੀਆਂ। ਔਰ ਜਿਸ ਸੁਭਾਅ ਦੇ ਮਾਲਕ ਨੇ, ਜਿਸ ਕਿਰਦਾਰ ਦੇ ਮਾਲਕ ਨੇ, ਜਿਸ ਸੋਚ ਦੇ ਮਾਲਕ ਨੇ, ਸੱਚੀ ਸੁੱਚੀ ਸ਼ਖਸੀਅਤ ਨੇ, ਲੋਕਾਂ 'ਚ ਹਰਮਨ ਪਿਆਰੇ ਨੇ। ਔਰ ਖਾਸ ਕਰਕੇ ਕਿਉਂਕਿ ਜਿਹੜੀ ਜਲੰਧਰ ਸੀਟ ਹੈ, ਜਿਹੜੀ ਐਸਸੀ ਰਿਜ਼ਰਵ ਹੈ, ਤੇ ਜਿੱਥੇ ਵਾਕਿਆ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡਾ ਜਿਹੜਾ ਦਲਿਤ ਭਾਈਚਾਰਾ, ਸ਼ਡਿਊਲ ਕਾਸਟ ਭਾਈਚਾਰਾ ਵਸਦਾ ਹੈ। ਔਰ ਜਲੰਧਰ ਕੌਂਸਟੀਚੁਐਂਸੀ ਜਾਂ ਜਲੰਧਰ ਜਿਹੜਾ ਹਲਕਾ ਹੈ ਅੱਜ ਲੋਕ ਸਭਾ ਦਾ, ਮੇਰਾ ਖਿਆਲ ਹੈ ਕਿ ਪੰਜਾਬ ਦੇ ਅੰਦਰ ਸਭ ਤੋਂ ਵੱਧ ਆਬਾਦੀ ਜੇ ਕਿਸੇ ਕੌਂਸਟੀਚੁਐਂਸੀ ਦੀ ਹੈ ਤੇ ਉਹ ਇੱਥੇ ਹੈ ਐਸੀ ਭਾਈਚਾਰੇ ਦੀ। ਔਰ ਬੀਐਸਪੀ ਦਾ ਕਾਡਰ ਵੀ ਜਿਹੜਾ ਆ ਉਹ ਇੱਥੇ ਸਭ ਤੋਂ ਜ਼ਿਆਦਾ ਮਜ਼ਬੂਤ ਹੈ। ਔਰ ਜਿਹੜੇ ਡਾਕਟਰ ਸੁੱਖੀ ਨੇ, ਉਹਨਾਂ ਦਾ ਪਿਛੋਕੜ ਜਿਹੜਾ ਆ ਉਹ ਬਹੁਜਨ ਸਮਾਜ ਪਾਰਟੀ ਨਾਲ ਰਿਹਾ ਹੈ। ਔਰ ਬਹੁਜਨ ਸਮਾਜ ਪਾਰਟੀ ਦੇ, ਕਿਉਂਕਿ ਮੈਂ ਵੀ ਹਲਕੇ 'ਚ ਗਿਆ ਆ
ਕੁਝ ਦਿਨ ਉੱਥੇ ਲਾਏ ਨੇ, ਦੇਖਿਆ ਹੈ, ਤੇ ਉੱਥੋਂ ਦਾ ਜਿਹੜਾ ਬਹੁਜਨ ਸਮਾਜ ਦਾ ਵਰਕਰ ਹੈ ਪਾਰਟੀ ਦਾ ਜੀ, ਉਹ ਵਾਕਿਆ ਹੀ ਜੇ ਦਿਲੋਂ ਕਦਰ ਕਰਦਾ ਆ, ਉਹ ਅੱਜ ਵੀ ਚਰਚਾ ਕਰਦੇ ਨੇ ਕਿ ਸੁੱਖੀ ਸਾਹਿਬ ਵਰਗੇ ਜਿਹੜੇ ਆਗੂ ਹੈ ਜੀ ਉਹ ਚਾਹੀਦੇ, ਭਾਵੇਂ ਕਿ ਉਦੋਂ ਪਤਾ ਨਹੀਂ ਸੀ ਕਿ ਕਿਹਨਾਂ ਨੂੰ ਪਾਰਟੀ ਉਮੀਦਵਾਰ ਬਣਾ ਰਹੀ ਹੈ, ਮੈਨੂੰ ਵੀ ਨਹੀਂ ਸੀ ਪਤਾ, ਮੈਂ ਕਹਾਂ ਨਾ ਕਦੀ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਜਿਹੜੀ ਗੱਲ ਇਹ ਕਰਦੇ ਹੈ ਕਿ ਉਦੋਂ ਜੀ ਸਾਨੂੰ 3 ਮਹੀਨੇ ਹੋਏ ਸੀ ਸੰਗਰੂਰ 'ਚ ਸਰਕਾਰ ਬਣੀ, 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਚਾਅ ਲੱਥ ਜੇ, ਲੋਕੀ ਨਿਰਾਸ਼ ਹੋ ਜਾਣ, ਇਸ ਤੋਂ ਵੱਡਾ ਥਰਮਾਮੀਟਰ ਕਿਹੜਾ ਹੈ? ਹੁਣ ਤੇ ਸਾਲ ਤੋਂ ਉੱਤੇ ਹੋ ਗਿਆ। ਤੁਸੀਂ ਕਹਿੰਦੇ ਹੋ ਹੁਣ 3 ਤੇ ਮਹੀਨਿਆਂ 'ਚ ਲੋਕੀ ਚਾਹ ਲੱਤ ਗਿਆ, ਮਤਲਬ ਇੱਕ ਹੁੰਦਾ ਨਾ, ਬਿਲਕੁਲ ਹਾਂਜੀ ਮੇਰੀ ਸੁਣ ਲਓ, ਇਹ ਇੱਕ ਹੁੰਦਾ ਆ ਕਿ ਕਿਸੇ ਦਾ ਦਿਲ ਟੁੱਟ ਜਾਣਾ, ਤੇ ਦਿਲ ਟੁੱਟ ਗਿਆ ਤੇ ਬਾਅਦ ਚ ਹੋਣਿਆ ਵੀ ਮੰਨ ਲਿਆ, ਭਾਣਾ ਹੀ ਮੰਨ ਲਿਆ ਵੀ ਯਾਰ ਹੁਣ 5 ਸਾਲ ਕੱਟਣੇ ਪੈਣੇ ਇਹਨਾਂ ਦੇ ਨਾਲ, ਹਾਂਜੀ, ਤੇ 5 ਸਾਲ ਕੱਟਣੇ ਪੈਣੇ ਆ। ਤੇ ਪਰ ਹੁਣ ਜਿਹੜਾ ਆ ਜਲੰਧਰ ਦੇ ਵਿੱਚ ਲੋਕੀ ਫਿਰ ਭੌਂ ਕੇ ਸਭ ਸਿਖਾਉਣਗੇ ਤੇ ਵੱਡਾ ਸਿਖਾਉਣਗੇ। ਇਹ ਕਿਸੇ ਨੂੰ ਲੁਕਿਆ ਛਿਪਿਆ ਨਹੀਂ, ਇਹਨਾਂ ਨੂੰ ਵੀ ਪਤਾ ਆ, ਖੁਦ ਇਹਨਾਂ ਨੂੰ ਪਤਾ ਹੈ ਕਿ ਸਾਡਾ ਹਾਲ ਕੀ ਹੋਣਾ ਆ। ਬਾਕੀ ਭਾਈ ਜੀ ਕੀ ਕਹਿੰਦੇ ਹੁੰਦੇ ਆ ਕਿ ਉਹਨੇ ਕਿਹਾ ਕਿ ਆ ਬੜੇ ਵੱਧ ਗਏ ਆ, ਉਹਨੇ ਕਿਹਾ ਵੀ ਖੀਰ ਜਿਹੜੇ ਕਟਾਉਣ ਵਾਲੇ ਆ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜਿਹੜੇ ਸਿਰ ਦੇ ਵਾਲ ਕਟਾਉਂਦੇ ਆ, ਉਹਨੇ ਕਿਹਾ ਕੋਈ ਨਹੀਂ ਹੱਥ 'ਚ ਹੀ ਆ ਜਾਣੇ। ਇਹ ਤੁਹਾਡੇ ਜਿਹੜਾ ਝੂਠ ਸੀ, ਫਰੇਬ ਸੀ, ਚੱਲ ਗਿਆ, ਬੜਾ ਵੇਚਿਆ। ਔਰ ਅੱਜ ਵੀ ਗੌਰਵ ਜੀ, ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸ਼ਖਸੀਅਤ ਤੋਂ ਇੰਨਾ ਜ਼ਿਆਦਾ ਡਰ ਲੱਗਦਾ ਹੈ ਕਿ ਮੇਰਾ ਖਿਆਲ ਭਗਵੰਤ ਮਾਨ ਜੇ 10 ਮਿੰਟ ਬੋਲਦਾ ਤੇ 8 ਮਿੰਟ ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਇਸ ਤੋਂ ਇਲਾਵਾ ਤੀਜੀ ਗੱਲ ਉਹਨੂੰ ਕੋਈ ਨਹੀਂ ਆਉਂਦੀ। ਤੇ ਇਹਦਾ ਮਤਲਬ ਡਰ ਲੱਗਦਾ ਹੈ। ਠੀਕ ਹੈ, ਜੇ ਡਰ ਲੱਗਦਾ ਹੈ, ਠੀਕ ਹੈ, ਚਲੋ ਆਪਾਂ ਇਹਦਾ ਜਵਾਬ ਲਵਾਂਗੇ ਬਲਟੋਆ ਸਾਹਿਬ, ਕਿਸੇ ਨਾ ਤੁਸੀਂ ਕਿਸੇ ਆਪਣੀ ਗੱਲ ਰੂਪ 'ਚ ਰੱਖ ਲਈਏ। ਠੀਕ ਹੈ ਜੀ, ਠੀਕ ਹੈ, ਮੈਂ ਆਣਾ ਤੁਹਾਡੇ ਕੋਲ ਬਲਟੋਆ ਸਾਹਿਬ ਵਾਪਸ, ਜਿਹੜੇ ਤੁਹਾਡੇ ਪੁਆਇੰਟ ਨੇ ਮੈਂ ਉਹਨਾਂ ਦੇ ਉੱਤੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਪਹਿਲਾਂ ਇੱਕ ਵਾਰ ਸਾਰਿਆਂ ਨੂੰ ਆਪਾਂ ਐਡ ਕਰ ਲਈਏ। ਮੈਂ ਅੰਮ੍ਰਿਤ ਗਿੱਲ ਜੀ ਦਾ ਰੁਖ ਕਰਦਾ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਅੰਮ੍ਰਿਤ ਜੀ, ਪੁਆਇੰਟ ਨੰਬਰ 1 ਕਿ ਜੇ ਸਾਬਕਾ ਸੀਐਮ ਨੂੰ ਵਿਜੀਲੈਂਸ ਨੇ ਸੰਮਨ ਕਰ ਦਿੱਤਾ, ਤੁਸੀਂ ਜਲੰਧਰ ਦੇ ਨਾਲ ਕਿਵੇਂ ਜੋੜ ਰਹੇ ਹੋ, ਕਿਉਂ ਜੋੜ ਰਹੇ ਹੋ? ਕਿ ਪਹਿਲਾਂ ਮੈਂ ਨਾ ਆਪਦੇ ਇਨੀਸ਼ੀਅਲ ਸਟਾਰਟਿੰਗ ਪੁਆਇੰਟਸ ਰੱਖਦਾ। ਜੀ ਜੀ, 136 ਸਾਲ ਪੁਰਾਣੀ ਕਾਂਗਰਸ ਪਾਰਟੀ ਆਪਦਾ 100 ਸਾਲ ਪੁਰਾਣੇ ਪਰਿਵਾਰ ਨੂੰ ਮਾਸਟਰ ਗੁਰਬੰਤਾ ਸਿੰਘ ਜੀ ਦੀ ਨੂੰਹ, ਜਿਹੜੇ ਕਿ ਸੰਤੋਖ ਚੌਧਰੀ ਜੀ ਦੇ ਧਰਮ ਪਤਨੀ ਚੌਧਰੀ ਦੇ ਮਾਤਾ ਜੀ ਨੇ ਜੀ, most highly qualified double MA English, double MA history, ਮੈਨੂੰ ਲੱਗਦਾ ਵੀ ਪੰਜਾਬ ਦੇ ਐਜੂਕੇਸ਼ਨਿਸਟ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਆਪਦੇ ਜ਼ਿੰਦਗੀ ਦੇ ਕੀਮਤੀ 40 ਸਾਲ ਦਿੱਤੇ ਨੇ, ਅੱਜ ਪੰਜਾਬ ਦੇ ਵੱਡੇ ਵੱਡੇ ਅਹੁਦਿਆਂ ਤੇ ਉਹਨਾਂ ਦੇ ਪੜ੍ਹਾਏ ਹੋਏ ਸਟੂਡੈਂਟਸ ਲੱਗੇ ਹੋਏ ਨੇ। ਇਹ ਤਾਂ ਸਾਡਾ ਕੈਂਡੀਡੇਚਰ ਹੈ ਜਿਹੜਾ ਸਾਡਾ ਪਰਿਵਾਰ ਜੁੜਿਆ ਹੈ। ਔਰ ਕੁਝ ਪੁਆਇੰਟਸ ਮੈਂ 1 ਮਿੰਟ ਆਮ ਆਦਮੀ ਪਾਰਟੀ ਦੇ ਪਲੀਜ਼ ਮੈਨੂੰ ਕਰ ਲੈਣ ਦਿਓ, ਫਿਰ ਮੈਂ ਤੁਹਾਡੇ ਤੇ ਬੋਲਦੀ ਆ। ਇਹਨਾਂ ਦੀ ਸਾਡੀ ਸੈਕੂਲਰ ਵਿਚਾਰਧਾਰਾ ਹੈ, ਇਹਨਾਂ ਦੀ ਮੰਗੀ ਤੰਗੀ ਵਿਚਾਰਧਾਰਾ ਹੈ। ਗੱਲ ਕਰ ਰਹੇ ਸੀਗੇ, ਇਹ ਤਾਂ ਆਪ ਕਾਂਗਰਸ ਤੋਂ ਲੈ ਕੇ ਆਏ ਨੇ, ਤਾਂ ਇਹਨਾਂ ਦੀ ਵਿਚਾਰਧਾਰਾ ਤੇ ਸਾਨੂੰ ਕੋਈ ਸ਼ੱਕ ਨਹੀਂ ਹੈ। ਔਰ ਮੈਂ ਇੱਕ ਪੁਆਇੰਟ ਕਲੀਅਰ ਕਰਦਾ ਵੀ ਜਿਹੜਾ ਇਹਨਾਂ ਨੇ ਕਿਹਾ ਨਾ ਸੰਗਰੂਰ ਚ ਅਸੀਂ 5000 ਤੇ ਹਾਰੇ ਸੀਗੇ, ਮੈਂ ਦੱਸਦਾ ਵੀ 3,75,000 ਦੀ ਲੀਡ ਸੀਗੀ। ਔਰ ਜਦੋਂ ਹਾਰੇ 3,75,000 ਪਲੱਸ 50,000 3 ਮਹੀਨਿਆਂ ਦੇ ਵਿੱਚ ਲੱਖ ਤੋਂ ਵੱਧ ਦੀ ਐਵਰੇਜ ਆਈ ਵੀ 3 ਮਹੀਨਿਆਂ ਚ ਜੋ ਹਾਲ ਹੋਇਆ। ਔਰ ਮੈਂ ਇਸ ਮੰਚ ਤੇ ਕਹਿ ਰਹੀ ਹਾਂ ਵੀ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੈ ਜਲੰਧਰ ਦੇ ਵਿੱਚ, ਨਿਸ਼ਚਿਤ ਤੌਰ ਤੇ ਕਾਂਗਰਸ ਅਸੀਂ ਵਿਨ ਕਰਾਂਗੇ। ਹੁਣ ਗੱਲ ਕਰੀਏ ਸਾਡੇ ਪੂਰਵ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੀ। ਯੈਸ, ਇਹਨਾਂ ਦੀ ਜਦੋਂ ਬਾਈ ਇਲੈਕਸ਼ਨ ਆਈ ਸੀ, ਇਹਨਾਂ ਨੇ ਇੱਕ ਆਪਦੇ ਐਮਐਲਏ ਆਪਾਂ ਐਮਐਲਏ ਨਹੀਂ ਮਿਨਿਸਟਰ ਡਾਕਟਰ ਵਿਜੇਂਦਰ ਸਿੰਗਲਾ ਨੂੰ ਜੇਲ੍ਹ 'ਚ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਦੇ ਕੋਈ ਉਹ ਵੀ 2-3 ਮਹੀਨੇ ਰੱਖ ਕੇ ਬਾਹਰ ਕੱਢਦਾ। ਅੱਜ ਇਹਨਾਂ ਦੀਆਂ ਮੀਟਿੰਗਸ 'ਚ ਵੀ ਸ਼ਾਮਲ ਹੁੰਦੇ ਨੇ, ਤਾਂ ਇਹਨਾਂ ਦੀ ਟਾਈਮਿੰਗ ਤੇ ਸਾਨੂੰ ਕੋਈ ਸ਼ੱਕ ਨਹੀਂ ਹੈ। ਹੁਣ ਕਿਵੇਂ ਮੈਂ ਉਸੇ ਪੁਆਇੰਟ ਦੇ ਉੱਤੇ ਆ ਗਿਆ। ਦੇਖੋ ਤੁਸੀਂ ਆਪਣੇ ਪੁਆਇੰਟ ਰੱਖੇ ਨੇ, ਮੈਂ ਹੁਣ ਡਾਇਰੈਕਟਲੀ ਉਸੇ ਪੁਆਇੰਟ ਤੇ ਆਣਾ। ਤੁਹਾਨੂੰ ਕਿਵੇਂ ਲੱਗਦਾ ਵਿਜੀਲੈਂਸ ਕਹਿੰਦੇ ਆਪਣਾ ਕੰਮ ਕਰ ਰਹੀ ਹੈ, ਸਰਕਾਰ ਦੇ ਨੁਮਾਇੰਦੇ ਮੰਤਰੀ ਕਹਿ ਰਹੇ ਨੇ ਕਿ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ, ਕਿ ਕਾਨੂੰਨ ਦੇ ਮੁਤਾਬਿਕ ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਇਲੈਕਸ਼ਨ ਆ ਗਏ ਤਾਂ ਫਿਰ ਕੋਈ ਕਾਰਵਾਈ ਰੋਕ ਦਿੱਤੀ ਜਾਵੇ। ਤੁਹਾਨੂੰ ਕਿਉਂ ਲੱਗਦਾ ਕਿ ਜਲੰਧਰ ਦੇ ਨਾਲ ਜੋੜ ਰਹੇ ਹੋ? ਤੁਹਾਨੂੰ ਕਿਉਂ ਲੱਗਦਾ ਕਿ ਜਲੰਧਰ ਤੋਂ ਪਹਿਲਾਂ ਇਹ ਸਭ ਕੁਝ ਕਰਨ ਦੀ ਕੋਸ਼ਿਸ਼ ਹੋ ਰਹੀ ਹੈ?
ਦੇਖੋ ਜੀ, ਇਸ ਦੇ ਵਿੱਚ ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਕਿਸ ਮਨਸ਼ਾ ਦੇ ਨਾਲ ਚੱਲਦੀ ਹੈ। ਇਹਨਾਂ ਦੀ ਵਿਚਾਰਧਾਰਾ ਸੋਚ ਕੀ ਹੈ ਇਹ ਸਾਰਿਆਂ ਨੂੰ ਪਤਾ ਹੈ, ਔਰ ਅਸੀਂ ਬਿਲਕੁਲ ਇਹਨੂੰ ਜੋੜ ਕੇ ਵੇਖਾਂਗੇ ਕਿਉਂਕਿ ਸਾਡੇ ਪੂਰਵ ਮੁੱਖ ਮੰਤਰੀ ਕੈਂਪੇਨ ਦੇ ਵਿੱਚ ਜਾਂ ਸਾਡੀ ਸਾਰੀ ਲੀਡਰਸ਼ਿਪ ਉੱਥੇ ਹੈ, ਪਹੁੰਚੀ ਹੈ, ਉਹਨਾਂ ਨੇ ਵੀ ਆਪਦਾ ਯੋਗਦਾਨ ਪਾਉਣਾ ਹੈ ਤੇ ਮਹੀਨਾ ਡਿਲੇ ਕੀਤਾ ਜਾ ਸਕਦਾ, 1.5 ਮਹੀਨਾ ਡਿਲੇ ਕੀਤਾ ਜਾ ਸਕਦਾ। ਅੱਛਾ ਚਲੋ, ਮੈਨੂੰ ਇਹ ਸਮਝ ਆ ਰਿਹਾ, ਤੁਹਾਨੂੰ ਲੱਗਦਾ ਹੈ ਕਿ ਕੈਂਪੇਨ ਤੋਂ ਦੂਰ ਰੱਖਣ ਦੇ ਲਈ ਚੰਨੀ ਨੂੰ ਵਿਜੀਲੈਂਸ ਸਮਨ ਕਰ ਰਹੀ ਹੈ, ਤੁਹਾਨੂੰ ਇਹ ਖਦਸ਼ਾ ਹੈ ਕਿ ਅਰੈਸਟ ਕਰ ਲਿਆ ਜਾਏਗਾ? ਬਿਲਕੁਲ, ਦੇਖੋ ਇਹ ਮੈਂ ਕਹਿ ਨਹੀਂ ਸਕਦੀ ਹੈਗੀ ਬਿਕਾਜ਼ ਸਾਨੂੰ ਇਹਨਾਂ ਤੇ ਇੱਕ ਰੱਤੀ ਵੀ ਭਰੋਸਾ ਨਹੀਂ ਹੈ ਵੀ ਇਹ ਕੀ ਕਰਨਗੇ, ਹੈ ਨਾ। ਆਪਾਂ ਹੁਣ ਇਹਨਾਂ ਦੇ ਅਨਮੋਲ ਰਤਨ ਦੀ ਵੀ ਗੱਲ ਕੀਤੀ ਹੈ ਜਾਂ ਹੋਰ, ਇਹਨਾਂ ਦਾ ਪਤਾ ਹੀ ਨਹੀਂਗਾ ਵੀ ਇਹ ਕੀ ਕਰਨਗੇ ਔਰ ਫॉर द टाइम बीइंग ਇਹ ਕੀ ਕੁਝ ਕਰ ਸਕਦੇ ਨੇ। ਇਹਨਾਂ ਦੀ ਸੋਚ ਨਹੀਂ ਕੋਈ, ਨਾ ਕੋਈ ਵਿਚਾਰਧਾਰਾ ਹੈ ਔਰ ਇਹ ਮੌਕਾ ਪ੍ਰਸਤੀ ਦੇਖਦੇ ਨੇ ਔਰ ਯੈਸ ਇਸ ਚੀਜ਼ ਨੂੰ ਪੋਲਿਟੀਕਲ ਵੈਂਡੇਟਾ ਨਾਲ ਕਾਂਗਰਸ ਦੇਖਦੀ ਹੈ ਕਿਉਂਕਿ ਇਹਦੀ ਟਾਈਮਿੰਗ ਜਿਹੜੀ ਹੈ ਇਹਦੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਹੈ ਔਰ ਇਹ ਮਹੀਨਾ 2 ਮਹੀਨੇ ਡਿਲੇ ਵੀ ਹੋ ਸਕਦਾ ਸੀਗਾ ਪਰ ਜਾਣਬੁੱਝ ਕੇ ਸਿਸਟਮ ਨੂੰ ਉਹ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਔਰ ਭਗਵੰਤ ਮਾਨ ਜੀ ਦੀਆਂ ਸਟੇਟਮੈਂਟਸ ਤੇ ਜਿਸ ਤਰੀਕੇ ਦੇ ਨਾਲ ਅਮਲਾ ਫੈਲਾ ਸੀਐਮ ਆਪ ਲਈ ਫਿਰਦੇ ਆ ਨਾ, ਦੂਜਿਆਂ ਦੇ ਟਿੱਪਣੀਆਂ ਕਰਦੇ, ਸਾਨੂੰ ਹੱਸੀ ਆ ਜਾਂਦੀ ਹੈ ਵੀ ਚਲੋ ਠੀਕ ਹੈ, ਮੈਂ ਤੁਹਾਡਾ ਕਮੈਂਟ ਆ ਗਿਆ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਆਪਾਂ ਜਵਾਬ ਲਵਾਂਗੇ। ਮੈਂ ਇੱਕ ਵਾਰ ਪਹਿਲਾਂ ਐਸਐਸ ਚੰਨੀ ਜੀ ਦਾ ਰੁਖ ਕਰਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ। ਚੰਨੀ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਸਵਾਗਤ ਹੈ ਤੁਹਾਡਾ ਵੀ। ਮੈਂ ਇੱਥੇ ਹੀ ਸ਼ੁਰੂਆਤ ਕਰਦਾ ਹਾਂ ਕਿਉਂਕਿ ਦੇਖੋ ਜ਼ਿਕਰ ऐसे ਇਹ ਵੀ ਹੋ ਰਿਹਾ ਕਿ ਬੀਜੇਪੀ ਕੈਂਡੀਡੇਟ ਅਨਾਉਂਸ ਕਰਨ ਦੇ ਵਿੱਚ ਹੀ ਫਿਲਹਾਲ ਪਛੜ ਰਹੀ ਹੈ ਔਰ ਸਾਰੀਆਂ ਪਾਰਟੀਆਂ ਨੇ, ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਹੈ ਬੀਜੇਪੀ ਨੂੰ ਛੱਡ ਕੇ। ਮੈਂ ਇਸੇ ਪੁਆਇੰਟ ਤੋਂ ਸ਼ੁਰੂ ਕਰਦਾ, ਉਸ ਤੋਂ ਬਾਅਦ ਮੈਂ ਬਾਕੀ ਪੁਆਇੰਟਸ ਤੇ ਆਵਾਂਗਾ। ਹਾਂ ਦੇਖੋ ਗੌਰਵ, ਗੱਲ ਇਹ ਹੈਗੀ ਹੈ ਕਿ ਇਟਸ ਅ ਮੈਟਰ ਆਫ ਡੇ 2 ਸਾਡਾ ਜਿਹੜਾ ਕੈਂਡੀਡੇਟ ਹੈਗਾ ਉਹ ਅਨਾਉਂਸ ਹੋ ਜਾਣਾ, ਕੋਈ ਲੰਬੀ ਚੌੜੀ ਗੱਲ ਨਹੀਂ ਹੈਗੀ ਕਿਉਂਕਿ ਇਹ ਜਿਹੜੀਆਂ ਕੋਈ ਤਾਂ ਪਰਿਵਾਰਕ ਪਾਰਟੀ ਹੈ, ਕੋਈ ਦੂਸਰੀਆਂ ਪਾਰਟੀਆਂ ਨੇ। ਸਾਡੀ ਜਿਹੜੀ ਪਾਰਟੀ ਹੈਗੀ ਹੈ ਉਹ ਜਿਹੜਾ ਸਾਡਾ ਸੈਂਟਰਲ ਪਾਰਲੀਮੈਂਟ ਬੋਰਡ ਹੈਗਾ ਉੱਥੋਂ ਜਿਹੜੇ ਨਾਮ ਉਹ ਨਿਕਲਦੇ ਨੇ, ਕੋਈ ਬੰਦੇ ਨੂੰ ਕਿਸੇ ਨੂੰ ਕੋਈ ਅਖਤਿਆਰ ਨਹੀਂ ਹੈਗਾ ਕਿ ਉਸ ਤੋਂ ਬਿਨਾਂ ਕੋਈ ਬੰਦੇ ਦੀ ਅਨਾਉਂਸਮੈਂਟ ਹੋਵੇ, ਪਰ ਹੋ ਜਾਏਗੀ ਇੱਕ ਅੱਧੇ ਦਿਨ 'ਚ। ਇਹ ਮੀਟਿੰਗਾਂ ਚੱਲ ਰਹੀਆਂ ਨੇ, ਇੱਕ ਅੱਧੇ ਦਿਨ ਦੀ ਗੱਲ ਹੈਗੀ। ਠੀਕ ਹੈ। ਦੂਜੀ ਗੱਲ, ਮੈਂ ਬੜਾ ਹੈਰਾਨ ਹੈ ਮਿੱਤਲ ਸਾਹਿਬ ਨੇ ਮੰਨਿਆ ਹੈ ਕਿ ਜੀ ਸਿਮਰਨਜੀਤ ਸਿੰਘ ਮਾਨ ਦਾ ਕੱਦ ਇਹਨਾਂ ਨਾਲੋਂ ਤਾਂ ਬਹੁਤ ਵੱਡਾ ਹੈ ਤੇ ਜਿਸ ਕਰਕੇ ਲੋਕਾਂ ਨੇ ਉਹਨੂੰ ਚੁਣ ਲਿਆ ਤੇ ਇਹਨਾਂ ਦਾ 3 ਮਹੀਨਿਆਂ ਦੀ ਸਰਕਾਰ ਦੇ ਵਿੱਚ ਹੀ ਚਾਲ ਹੈ ਗਿਆ। ਇਦੋਂ ਮਾੜੀ ਕੋਈ ਗੱਲ, ਕਿਉਂਕਿ ਇੱਕ ਤਾਂ ਬਾਈ ਇਲੈਕਸ਼ਨ ਚਾਹੇ ਕਦੋਂ ਵੀ ਹੋਵੇ ਕਿਸੇ ਵੀ ਸਰਕਾਰ ਦੇ ਵਿੱਚ, ਉਹ ਬਾਈ ਇਲੈਕਸ਼ਨ ਲੋਕ ਮੰਨ ਕੇ ਚੱਲਦੇ ਆ ਕਿ ਜਿਹੜੀ ਰੂਲਿੰਗ ਪਾਰਟੀ ਆ ਉਹੀ ਜਿੱਤਦੀ ਹੈ। ਤੇ ਦੂਜੀ ਗੱਲ ਇਹ ਤੁਸੀਂ ਦੇਖੋ ਵੀ ਅਜੇ ਮਿਊਨਿਸਪਲ ਇਲੈਕਸ਼ਨ ਸਾਡੀਆਂ ਕਦੋਂ ਦੀਆਂ ਡਿਊ ਨੇ, ਇਹਨਾਂ ਦਾ ਹੌਸਲਾ ਨਹੀਂ ਪਿਆ ਵੀ ਇਹ ਮਿਊਨਿਸਪਲ ਇਲੈਕਸ਼ਨਸ ਨੂੰ ਅਨਾਉਂਸ ਕਰ ਦੇਣ। ਇਹ ਤਾਂ ਇਹਨਾਂ ਦੇ ਉੱਪਰੋਂ ਮਾਰ ਪੈ ਗਈ। ਚਲੋ ਚੌਧਰੀ ਸੰਤੋਖ ਸਿੰਘ ਬਹੁਤ ਵਧੀਆ ਬੰਦੇ ਸੀ, ਉਹ ਚਲੇ ਗਏ ਤੇ ਇਲੈਕਸ਼ਨ ਕਮਿਸ਼ਨ ਨੇ ਅਨਾਉਂਸ ਕਰਤੀ, ਨਹੀਂ ਤਾਂ ਇਹ ਤਾਂ ਇੰਨਾ ਭੱਜਦੇ ਨੇ ਇਲੈਕਸ਼ਨਾਂ ਤੋਂ, ਇਹਨਾਂ ਕੋਲੇ ਕੋਈ ਗੱਲ ਦੱਸਣ ਨੂੰ ਕਹਿਣ ਨੂੰ ਹੈ ਹੀ ਨਹੀਂ ਹੈ। ਤੇ ਹੋਰ ਤੁਸੀਂ ਦੇਖੋ ਜਿਹੜੇ ਆਹ 92 ਇਹਨਾਂ ਦੇ ਹੀਰੇ ਚੁਣੇ ਹੋਏ ਸੀਗੇ, ਉਹਨਾਂ ਦੇ ਵਿੱਚੋਂ ਤਾਂ ਇੱਕ ਵੀ ਹੀਰਾ ਨਹੀਂ ਲੱਭਿਆ ਜਿਹੜਾ ਇਸ ਕੰਮ ਦੇ ਵਿੱਚ ਫਿੱਟ ਆ ਜੇ। ਤੇ ਜਿਹੜੇ ਇਹਨਾਂ ਦੇ ਆਪਦੇ ਲੀਡਰ ਹੈਗੇ ਨੇ ਉਹਨਾਂ ਦੇ ਵਿੱਚੋਂ ਨਹੀਂ ਕੋਈ ਇਹਨਾਂ ਨੂੰ ਲੱਭਿਆ ਕੋਈ ਬੰਦਾ ਵੀ ਅਸੀਂ ਇਹਨੂੰ ਨੋਮੀਨੇਟ ਕਰ ਦਈਏ ਇੱਥੋਂ ਇਲੈਕਸ਼ਨ ਵਾਸਤੇ। ਇਦੋਂ ਮਾੜੀ ਸਥਿਤੀ ਕੀ ਹੋ ਸਕਦੀ ਹੈ, ਉਹ ਵੀ ਰੂਲਿੰਗ ਪਾਰਟੀ ਦੀ, ਜਿਹੜੀ ਕਹਿੰਦੀ ਹੈ ਵੀ ਅਸੀਂ ਪੰਜਾਬ ਦੇ ਵਿੱਚੋਂ ਇੰਨੇ ਵੱਡੇ ਬਹੁਮਤ ਦੇ ਨਾਲ ਜਿੱਤ ਕੇ ਆਏ, ਤੇ ਉਹ ਕਿੰਨੇ ਕੰਗਾਲ ਹੋ ਗਏ ਤੇ ਕੀ ਇਹਨਾਂ ਨੂੰ ਕਰਨਾ ਪੈ ਰਿਹਾ। ਤੇ ਹੋਰ ਤੁਸੀਂ ਦੇਖੋ ਜਿਹੜਾ 1 ਸਾਲ ਦੀ ਕਿਹੜੀ ਗਿਣਤੀ ਗਿਣਾਣਗੇ, ਚਾਹੇ ਸਿੱਧੂ ਮੂਸੇਵਾਲ ਤੋਂ ਲੈ ਕੇ ਕਤਲੋਗਾਰਤ ਹੋ ਗਈ, ਜੇਲ੍ਹਾਂ 'ਚ ਹੋ ਗਈ, ਇੰਟਰਵਿਊਜ਼ ਆ ਗਈਆਂ, ਉਹ ਕਹਿੰਦੇ ਜੀ ਬਠਿੰਡੇ ਨਹੀਂ ਹੋਈ। ਚੰਨੀ ਸਾਹਿਬ ਉਹ ਇਹੀ ਜ਼ਿਕਰ ਕਰ ਰਹੇ, ਕਹਿੰਦੇ ਉਸ ਸਮੇਂ ਤਾਂ 3 ਮਹੀਨੇ ਹੋਏ ਸੀ, ਸਾਡੇ ਕੋਲ ਕੁਝ ਦਿਖਾਉਣ ਨੂੰ ਨਹੀਂ ਸੀ ਰਿਪੋਰਟ ਕਾਰਡ। ਹੁਣ 1 ਸਾਲ ਹੋ ਗਿਆ, ਸਾਡੇ ਕੋਲ ਰਿਪੋਰਟ ਕਾਰਡ ਹੈ, ਲੋਕਾਂ ਨੇ ਤਾਂ ਹੀ ਵੋਟ ਕਰਨੀ ਹੈ ਸਾਨੂੰ। ਗੌਰਵ ਜੀ, ਮੈਂ ਉਹ ਰਿਪੋਰਟ ਕਾਰਡ ਦੀ ਜ਼ਿਕਰ ਕਰ ਰਿਹਾ ਸੀ। ਰਿਪੋਰਟ ਕਾਰਡ ਬਣ ਗਿਆ 1 ਸਾਲ ਦੇ ਵਿੱਚ ਕਿ ਸਿੱਧੂ ਮੂਸੇਵਾਲ ਤੋਂ ਲੈ ਕੇ ਕਿੰਨੇ ਕਤਲ ਹੋ ਗਏ, ਜੇਲ੍ਹਾਂ ਦੇ ਵਿੱਚ ਕਤਲ ਹੋ ਗਏ, ਗੈਂਗਸਟਰ ਦੀਆਂ ਇੰਟਰਵਿਊਜ਼ ਆ ਗਈਆਂ, ਐਕਸਟੋਰਸ਼ਨ ਸ਼ੁਰੂ ਹੋ ਗਈਆਂ, ਦਿਨ ਦਿਹਾੜੇ ਲੁੱਟਾਂ ਖੁੱਟਾਂ ਹੋ ਗਈਆਂ। ਫਿਰ ਇਹਨਾਂ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉੱਥੋਂ ਵਾਲੀ, ਉਹਦੇ ਤੇ ਕਿਸ ਕੁਐਸਚਨ ਲੱਗ ਗਿਆ। ਅੱਜ ਤੋਂ ਇਹ ਤੁਸੀਂ ਦੇਖੋ ਵੀ ਇਹ ਗੱਲ ਕਰਦੇ ਆ ਕਿ ਅਸੀਂ ਜ਼ੀਰੋ ਟੋਲਰੈਂਸ ਫਾਰ ਕਰਪਸ਼ਨ, ਤੇ ਅੱਜ ਵੀ ਕੇਜਰੀਵਾਲ ਨੇ ਸਤਿੰਦਰ ਜੈਨ ਤੇ ਮਨੀਸ਼ ਸੋਧੀਆ ਜੀ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੂੰ ਅਜੇ ਤੱਕ ਬੇਲ ਨਹੀਂ ਹੋਈ ਔਰ ਉਹ ਬਹੁਤ ਡੂੰਘੇ ਜਾ ਚੁੱਕੇ। ਔਰ ਜਦੋਂ ਇਹ ਉੱਥੋਂ ਕੁਝ ਨਿਕਲਣਾ ਹੈਗਾ ਉਹਦਾ ਜਿਹੜਾ
ਜਿਹੜੀ ਗਾਜ ਹੈਗੀ ਆ ਉਹ ਪੰਜਾਬ ਤੇ ਵੀ ਗਿਰਨੀ ਹੈ, ਜੀ। ਕਿਉਂਕਿ ਇੱਥੇ ਵੀ ਉਹੀ ਕੁਝ ਹੋਇਆ ਜੋ ਦਿੱਲੀ ਦੀ ਐਕਸਾਈਜ਼ ਪਾਲਿਸੀ 'ਚ ਹੋਇਆ। ਤੇ ਬਾਕੀ ਤੁਸੀਂ ਦੱਸੋ ਇਹਨਾਂ ਨੇ ਕੀਤਾ ਕੀ ਹੈਗਾ, ਕਿਹੜਾ ਮੂੰਹ ਲੈ ਕੇ ਜਾਣਗੇ? ਇੱਕ ਸਿਰਫ ਕਰਜ਼ਾ ਲੈ ਕੇ ਲੋਕਾਂ ਦਾ ਬਿੱਲ ਨਹੀਂ ਆਇਆ ਜਿਹੜਾ ਇਹ ਕਹਿ ਰਹੇ ਨੇ, ਤੇ ਉਹ ਤਾਂ ਤੁਸੀਂ ਜਿੰਨਾ ਮਰਜ਼ੀ ਕਰਜ਼ਾ ਚੁੱਕ ਲਓ, ਚਾਹੇ 5 ਸਾਲ ਹੀ ਚਲਾਈ ਜਾਓ। ਪਰ ਗੱਲ ਇਹ ਹੈਗੀ ਹੈ ਕਿ ਤੁਸੀਂ ਕਿੰਨਾ ਤੁਹਾਡੀ ਆਮਦਨ ਹੈ, ਕਿੰਨਾ ਤੁਹਾਡਾ ਖਰਚਾ। ਇੱਕ ਵਾਈਟ ਪੇਪਰ ਕਿਉਂ ਨਹੀਂ ਲਿਆਉਂਦੇ? ਵਾਈਟ ਪੇਪਰ ਲੈ ਕੇ ਆ। ਤੇ ਜਿਹੜਾ ਇਹ ਕਹਿੰਦੇ ਸੀ ਵੀ ਅਸੀਂ ਤਾਂ ਜੀ 50,000 ਕਰੋੜ ਰੁਪਇਆ ਜੇਬ 'ਚ ਪਾ ਕੇ ਚੱਲਦੇ ਆ, ਉਹ ਕਿੱਧਰ ਗਿਆ 50,000? ਕਿੱਧਰ ਗਈ ਉਹ ਮਾਈਨਿੰਗ ਕਾਰਪੋਰੇਸ਼ਨ? ਕਿੱਧਰ ਗਿਆ ਜਿਹੜਾ ਬਾਕੀ ਚੀਜ਼ਾਂ ਤੋਂ ਇਹਨਾਂ ਨੇ ਕੱਢਣਾ ਸੀ? ਇਹ ਟੋਟਲੀ ਲਿਪਤ ਨੇ। ਫਿਰ ਇਹਨਾਂ ਦੇ ਡਬਲ ਸਟੈਂਡਰਡ ਨੇ। ਜਦੋਂ ਆਪਦੇ ਦੀ ਗੱਲ ਆਉਂਦੀ ਹੈ, ਚਾਹੇ ਉਹ ਵਿਜੇ ਸਿੰਘਲਾ ਹੈ, ਚਾਹੇ ਉਹ ਸਰਾਰੀ ਹੈ, ਚਾਹੇ ਕੋਈ ਆਪਣਾ ਜਿਹੜਾ ਉਹ ਨੌਵਾ ਰਤਨ ਸੀਗਾ MLA ਹੈ ਜਾਂ ਹੋਰ ਹੈਗੇ, ਉਦੋਂ ਇਹਨਾਂ ਦੇ ਡਬਲ ਸਟੈਂਡਰਡ ਹੋ ਜਾਂਦੇ। ਤੇ ਜਦੋਂ ਦੂਜਿਆਂ ਦੀ ਗੱਲ ਕਰਦੇ ਉਦੋਂ ਪਿਕ ਐਂਡ ਚੂਜ਼ ਕਰਦੇ ਆ, ਫਿਰ ਓਪਰਚੁਨਿਟੀਜ਼ ਵੀ ਦੇਖਦੇ ਨੇ। ਇਹ ਗੱਲਾਂ ਨੂੰ ਲੋਕ ਭਲੀ ਭਾਂਤ ਸਮਝਦੇ ਨੇ। ਔਰ ਮੈਂ ਇਹ ਕਹਾਂਗਾ ਕਿ ਕੋਈ ਖਾਸ ਕਾਰਡ ਹੈ ਨਹੀਂ। ਜੇ ਕਾਰਡ ਹੁੰਦਾ ਨਾ, ਫਿਰ ਇਹ ਚਾਹੇ ਕਿਸੇ ਬੰਦੇ ਨੂੰ ਜਿਹਨੂੰ ਮਰਜ਼ੀ ਖੜਾ ਕਰ ਦਿੰਦੇ, ਉਹ ਕਾਰਡ ਬੋਲਣਾ। ਕਾਰਡ ਹੈ ਨਹੀਂ, ਇਸ ਕਰਕੇ ਇਹ ਪੋਚਿੰਗ ਕਰ ਰਿਹਾ ਇਧਰੋਂ ਉਧਰੋਂ। ਜੇ ਕਾਰਡ ਹੁੰਦਾ ਤਾਂ ਚਾਹੇ ਮੇਰੇ ਵਰਗੇ ਨੂੰ ਖੜਾ ਕਰ ਦਿੰਦੇ, ਉਹਨੇ ਵੀ ਜੇ ਇਲੈਕਸ਼ਨ ਜਿੱਤ ਜਾਣ। ਕਾਰਡ ਕੋਡ ਹੈ ਨਹੀਂ, ਕੁਝ ਨਹੀਂ ਕੀਤਾ ਲੋਕਾਂ ਨੂੰ। ਠੀਕ ਹੈ, ਚਲੋ ਸਰ ਆਪਾਂ ਜਵਾਬ ਲੈ ਲਈਏ, ਤੁਹਾਡਾ ਪੁਆਇੰਟ ਆ ਗਿਆ। ਲੇਕਿਨ ਬੀਜੇਪੀ ਦੇ ਕੈਂਡੀਡੇਟ ਦਾ ਵੀ, ਜਿਹੜੇ ਬੀਜੇਪੀ ਦੇ ਵਰਕਰ ਜਾਂ ਫਿਰ ਬੀਜੇਪੀ ਨੂੰ ਵੋਟ ਕਰਨ ਵਾਲੇ ਲੋਕ ਨੇ, ਜਿਹੜੇ ਤੁਹਾਡੇ ਕਾਡਰ ਜਾਂ ਵੋਟਰ ਨੇ, ਉਹ ਵੀ ਇੰਤਜ਼ਾਰ ਕਰ ਰਹੇ ਹੋਣਗੇ ਕਿ ਤੁਸੀਂ ਕਦੋਂ ਤੇ ਕਿਹੜਾ ਉਮੀਦਵਾਰ ਮੈਦਾਨ 'ਚ ਉਤਾਰਦੇ ਹੋ। ਇੰਦਰ ਇਕਬਾਲ ਅਟਵਾਲ ਦੀ ਬਹੁਤ ਚਰਚਾ ਹੋਈ, ਪਰ ਨਾਮ ਹਜੇ ਤੱਕ ਅਨਾਉਂਸ ਨਹੀਂ ਹੋਇਆ। ਗੋਵਿੰਦਰ ਮਿੱਤਲ ਜੀ, ਇੱਕ ਇੱਕ ਕਰਕੇ ਜਵਾਬ ਦਿਓ। ਪੁਆਇੰਟ ਨੰਬਰ 1, ਅੰਮ੍ਰਿਤ ਗਿੱਲ ਜੀ ਕਹਿ ਰਹੇ ਨੇ ਕਿ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਲੈਕਸ਼ਨ ਦੇ ਬਿਲਕੁਲ ਅੱਗੇ ਆ ਕੇ ਇਹ 2 ਮਹੀਨੇ ਬਾਅਦ ਵੀ ਸੰਮਨ ਕਰ ਸਕਦੇ ਸੀ। ਤੁਹਾਨੂੰ ਲੱਗਦਾ ਕਿ ਤੁਸੀਂ ਹਾਰ ਰਹੇ ਹੋ? ਬਸ ਉਹੀ ਤਰੀਕਾ ਹੈ ਕਿ ਚੰਨੀ ਨੂੰ ਸੰਮਨ ਕਰ ਦਿਓ ਔਰ ਹੋ ਸਕਦਾ ਕਿ ਗ੍ਰਿਫਤਾਰ ਵੀ ਕਰ ਲਓ। ਨਹੀਂ, ਦੇਖੋ ਗੱਲ ਇਹ ਆ, ਅੰਮ੍ਰਿਤ ਗਿੱਲ ਜੀ ਨੇ ਬੜੀਆਂ ਗੱਲਾਂ ਕੀਤੀਆਂ। ਸਭ ਤੋਂ ਪਹਿਲਾਂ ਮੈਂ ਬਾਜਵਾ ਸਾਹਿਬ ਨੂੰ ਵੀ ਸੁਣ ਰਿਹਾ ਸੀ, ਜਿਹੜੇ ਇਹਨਾਂ ਦੇ LOP ਨੇ, ਕਿ ਉਹ ਚੰਨੀ ਸਾਹਿਬ ਨੂੰ ਨੋਟਿਸ ਕਰਤਾ ਜੀ ਅਸੀਂ ਕਾਗਜ਼ ਭਰਨੇ ਨੇ ਤੇ 1-2 ਦਿਨ ਦੇ ਵਿੱਚ, ਤੇ ਇਸ ਕਰਕੇ ਵਿਜੀਲੈਂਸ ਜਿਹੜਾ ਹੈਗਾ ਸਰਕਾਰ ਡਰਾ ਰਹੀ ਹੈ ਵਿਜੀਲੈਂਸ ਦੇ ਰਾਹੀਂ। ਤੇ ਅੰਮ੍ਰਿਤ ਗਿੱਲ ਵੀ ਜਿਹੜੇ ਹੈਗੇ ਨੇ ਉਹੀ ਗੱਲ ਕਰ ਰਹੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਗਰ ਮੈਂ ਬਾਜਵਾ ਸਾਹਿਬ ਦੀ ਗੱਲ ਕਰਾਂ ਕਿ ਤੁਸੀਂ ਨੋਮੀਨੇਸ਼ਨ ਅਗਰ ਭਰਨੀ ਹੈ, ਨੋਮੀਨੇਸ਼ਨ ਪੇਪਰ ਭਰਨੇ ਨੇ, ਤੇ ਇਹ ਵਿਜੀਲੈਂਸ ਨੇ ਕੋਈ ਚਰਨਜੀਤ ਸਿੰਘ ਚੰਨੀ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ। ਸਿਰਫ ਇੱਕ ਨੋਟਿਸ ਦੇ ਕੇ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਆਓ ਤੇ ਤੁਹਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਸ਼ੁਰੂ ਕੀਤੀ ਜਾ ਰਹੀ ਹੈ। ਨਹੀਂ, ਦੇਖੋ ਬਾਜਵਾ ਸਾਹਿਬ ਦੀ ਗੱਲ ਸੁਣ ਲਓ, ਮੈਡਮ ਦੀ ਗੱਲ ਸੁਣ ਲਓ। ਕਿਸੇ ਨੇ ਇਹ ਨਹੀਂ ਕਿਹਾ ਕਿ ਚੰਨੀ ਬੇਕਸੂਰ ਨੇ। ਇਹ ਕਹਿੰਦੇ ਜੀ ਇਹ ਕਾਰਵਾਈ 2 ਮਹੀਨੇ ਬਾਅਦ ਵੀ ਹੋ ਸਕਦੀ ਸੀ। ਇਹਦਾ ਮਤਲਬ ਉਹ ਦੋਸ਼ੀ ਤਾਂ ਹੈਗੇ ਨੇ। ਤੇ ਇਹਨਾਂ ਨੇ ਕਦੇ ਕਿਹਾ ਕਿ ਬੇਗੁਨਾਹ ਨੇ ਹੋ ਜੀ, ਸਰਕਾਰ ਗਲਤ ਸਮਨ ਕਰ ਰਹੀ ਹੈ। ਇਹ ਤਾਂ ਕਹਿੰਦੇ ਜੀ 2 ਮਹੀਨੇ ਬਾਅਦ ਸੱਦ ਲੈਂਦੇ। ਇਹ ਤਾਂ ਇਸ ਗੱਲ ਨੂੰ ਖੜਦੇ ਕਿ ਇਲੈਕਸ਼ਨ ਦੇ ਸਿਰ ਤੇ ਸਾਨੂੰ ਕਿਉਂ ਸੱਦਿਆ। ਇਹਨਾਂ ਨੂੰ ਪਤਾ ਕਿ ਚੋਰੀਆਂ ਤੇ ਡਾਕੇ ਚਰਨਜੀਤ ਸਿੰਘ ਚੰਨੀ ਨੇ ਮਾਰੇ ਨੇ। ਤੁਸੀਂ ਇਲੈਕਸ਼ਨ ਨਾਲ ਨਹੀਂ ਜੋੜਦੇ। ਦੇਖੋ, ਚੰਨੀ ਇੱਕ ਵੱਡਾ ਦਲਿਤ ਚਿਹਰਾ ਤਾਂ ਪੰਜਾਬ ਦਾ ਹੈਗੇ ਨੇ, CM ਦੇ ਅਹੁਦੇ ਤੱਕ ਪਹੁੰਚ ਗਏ। ਨਹੀਂ, ਦੇਖੋ ਬਿਲਕੁਲ ਪਹੁੰਚ ਗਏ। ਉਹ ਰਿਜ਼ਰਵ ਸੀਟ ਹੈ, ਉੱਥੇ ਵਲਟੋਹਾ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਸ਼ਾਇਦ ਸਭ ਤੋਂ ਜ਼ਿਆਦਾ ਆਬਾਦੀ ਦਲਿਤ ਭਾਈਚਾਰੇ ਦੀ ਹੋਵੇ, ਔਰ ਤੁਸੀਂ ਸਾਬਕਾ CM ਨੂੰ ਸੰਮਨ ਕਰ ਰਹੇ ਹੋ, ਵਿਜੀਲੈਂਸ ਸਾਬਕਾ CM ਨੂੰ ਸੰਮਨ ਕਰ ਰਹੀ ਹੈ। ਦੇਖੋ ਗੱਲ ਕਿਉਂ ਨਾ ਜੋੜਿਆ ਜਾਵੇ ਦੋਵੇਂ ਚੀਜ਼ਾਂ? ਦੇਖੋ ਗੱਲ ਇਹ ਆ, ਚਰਨਜੀਤ ਸਿੰਘ ਚੰਨੀ ਜਿਹੜੇ ਹੈਗੇ ਨੇ ਉਹਨਾਂ ਦਾ ਦਲਿਤ ਭਾਈਚਾਰੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਸਿਰਫ ਬਾਈ ਕਾਸਟ ਜ਼ਰੂਰ ਦਲਿਤ ਨੇਗੇ, ਪਰ ਦਲਿਤਾਂ ਨਾਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਹੈ। ਨਾ ਤਾਂ ਉਹਨਾਂ ਨੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਸੰਵਿਧਾਨ ਫੋਲੋ ਕੀਤਾ, ਨਾ ਉਹਨਾਂ ਨੇ ਦਲਿਤਾਂ ਦੇ ਭਲੇ ਲਈ ਜਦੋਂ ਮੁੱਖ ਮੰਤਰੀ ਬਣੇ ਨੇ ਨਾ ਕੋਈ ਉਹਨਾਂ ਨੇ ਕੰਮ ਕੀਤਾ ਹੈਗਾ। ਤੇ ਉਹ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਸੀ 30,000 ਮੁਲਾਜ਼ਮ ਜਿਹੜੇ ਹੈਗੇ ਨੇ ਪੱਕੇ ਕਰਤੇ ਤੇ ਬੋਰਡ ਲਾਤੇ ਜਗ੍ਹਾ ਜਗ੍ਹਾ। ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਕਹਿੰਦੇ ਜੀ ਗਵਰਨਰ ਸਾਹਿਬ ਨੇ ਫਾਈਲ ਹੀ ਕਲੀਅਰ ਨਹੀਂ ਕੀਤੀ। ਤੇ ਜਦੋਂ ਗਵਰਨਰ ਸਾਹਿਬ ਨੇ ਫਾਈਲ ਕਲੀਅਰ ਨਹੀਂ ਕੀਤੀ, ਤੁਸੀਂ ਬੋਰਡ ਕਾਹਦੇ ਵਾਸਤੇ ਲਾਤੇ? ਤੇ ਚਰਨਜੀਤ ਸਿੰਘ ਚੰਨੀ ਦਲਿਤਾਂ ਦਾ ਹੱਕ ਮਾਰ ਕੇ ਜਿਹੜਾ ਹੈਗਾ ਨਾ ਉਹ ਅੱਗੇ ਵਧੇ ਨੇਗੇ। ਇਸ ਕਰਕੇ ਦਲਿਤਾਂ ਨਾਲ ਉਹਨਾਂ ਨੂੰ ਜੋੜਨ ਦੀ ਕੋਈ ਲੋੜ ਨਹੀਂ ਹੈ। ਜੋ ਮਤਲਬ ਉਹ ਦਲਿਤਾਂ ਦੇ ਹੱਕਾਂ ਦੀ ਪੈਰਵਾਈ ਨਹੀਂ ਕਰ ਸਕਦੇ। ਇਸ ਇਲੈਕਸ਼ਨ ਦੇ ਨਾਲ ਜਿਹੜਾ ਵਿਜੀਲੈਂਸ ਨੇ ਉਹਨਾਂ ਨੂੰ ਤਲਬ ਕੀਤਾ, ਇਸ ਇਲੈਕਸ਼ਨ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਚੋਰੀ ਕੀਤੀ ਆ, ਉਹਨਾਂ ਨੇ ਪੰਜਾਬ ਦਾ ਪੈਸਾ ਲੁੱਟਿਆ। ਉਹਨਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਔਰ ਉਹਨਾਂ ਤੋਂ ਹਿਸਾਬ ਲਿਆ ਜਾਏਗਾ। ਠੀਕ ਹੈ ਨਾ ਸਰ, ਉਹ ਤਾਂ ਜਾਂਚ ਦੇ ਵਿੱਚ ਹਾਂ। ਅੰਮ੍ਰਿਤ ਗਿੱਲ, ਪਰ ਇਹਨਾਂ ਨੂੰ ਡਰਨ ਦੀ ਲੋੜ ਨਹੀਂ। ਦੇਖੋ ਬੜਾ ਕਹਿੰਦੇ ਤੁਸੀਂ ਇਹ ਕਹਿ ਰਹੇ ਹੋ 2 ਮਹੀਨੇ ਬਾਅਦ ਸੱਦ ਲੈਣਾ, ਤੁਸੀਂ ਇਹ ਨਹੀਂ ਕਹਿ ਰਹੇ ਕਿ ਉਹ ਬੇਕਸੂਰ ਹੈ ਕਿ ਉਹਨਾਂ ਨੂੰ ਸੱਦ ਹੀ ਕਿਉਂ ਰਹੇ ਹੋ? ਬੜੀ ਨਮੋਸ਼ੀ ਹੋਈ ਮੈਨੂੰ ਸੁਣ ਕੇ। ਕਿੰਨੀ ਛੋਟੀ ਤੇ ਸੁੰਗੜੀ ਸੋਚ ਦੇ ਮਾਲਕ ਨੇ ਜਿਹੜੇ ਸਪੋਕਸਪਰਸਨ ਬੋਲ ਰਹੇ ਨੇ। ਕਿਉਂ ਅਸੀਂ ਦੇਖੋ, ਕਸੂਰ ਬੇਕਸੂਰ ਦੀ ਗੱਲ ਹੀ ਨਹੀਂ ਹੈ। ਗੱਲ ਹੈ ਟਾਈਮਿੰਗ ਦੀ, ਗੱਲ ਹੈ ਪੋਲੀਟੀਕਲ ਵੈਂਡੇਟਾ ਦੀ, ਗੱਲ ਹੈ ਅੱਜ ਇਸ ਮੌਕੇ ਦੀ। ਆਪਾਂ ਹੁਣੀ ਗੱਲ ਕੀਤੀ ਕਿ ਚਰਨਜੀਤ ਸਿੰਘ ਚੰਨੀ ਇੱਕ ਦਲਿਤ ਵੱਡਾ ਚਿਹਰਾ ਉੱਭਰ ਕੇ ਆਏ ਤੇ ਉਹ ਹੈਗੇ ਨੇ, ਉਹ CM ਵੀ ਬਣੇ। ਠੀਕ ਹੈ, ਹੀ ਇਜ਼ ਐਕਸ CM ਔਰ ਉਹਨਾਂ ਦੀ, ਔਰ ਅਸੀਂ ਹੁਣ ਉਹਨਾਂ ਨੂੰ ਕਹੀਏ ਵੀ ਕਸੂਰਵਾਰ ਨੇ, ਬੇਕਸੂਰ ਨੇ। ਆਪਾਂ ਇਹਨਾਂ ਦੇ ਫੌਜਾ ਸਿੰਘ ਸਰਾਰੀ ਜਾਂ ਅਨਮੋਲ ਰਤਨ ਦੀ ਗੱਲ ਕਰੀਏ ਜਿਨ੍ਹਾਂ ਤੇ ਇਨਵੈਸਟੀਗੇਸ਼ਨ ਚੱਲਦੇ ਨੇ, ਇਸ ਮਸਲੇ 'ਚ ਪੈਣਾ ਹੀ ਨਹੀਂਗਾ। ਗੱਲ ਸਿਰਫ ਇੰਨੀ ਹੈ, ਅਸੀਂ ਕਹਿੰਦੇ ਆ ਵੀ ਵਿਜੀਲੈਂਸ ਨੂੰ ਇੱਕ ਹਥਿਆਰ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੈ ਔਰ ਉਹ ਵਰਤ ਰਹੀ ਹੈ ਆਮ ਆਦਮੀ। ਮੇਰਾ ਛੋਟਾ ਜਿਹਾ ਸਵਾਲ ਹੈ ਅਮਰੀਤ ਜੀ, ਬਹੁਤ ਛੋਟਾ ਜਿਹਾ ਸਵਾਲ ਹੈ, ਉਸ ਤੇ ਵੀ ਆਨਸਰ ਕਰ ਦਿਓ। ਤੁਸੀਂ ਕਹਿ ਰਹੇ ਹੋ ਕਿ 2 ਮਹੀਨੇ ਬਾਅਦ ਹੋ ਸਕਦਾ ਹੈ ਕਿ ਜਲੰਧਰ ਬਾਈ ਇਲੈਕਸ਼ਨ ਤੋਂ ਬਾਅਦ ਜਿਹੜੇ ਮਿਊਨਿਸਪਲ ਕਾਰਪੋਰੇਸ਼ਨਸ ਦੇ ਇਲੈਕਸ਼ਨਸ ਨੇ MC ਦੇ, ਉਹ ਅਨਾਉਂਸ ਹੋ ਜਾਣ,
ਫਿਰ ਤੁਸੀਂ ਕਹੋਗੇ ਕਿ ਉਹ ਨਿਕਲ ਲੈਣ ਦਿਓ, ਫੇਰ ਕਰਿਓ ਸੰਮਨ। ਦੇਖੋ- ਇਲੈਕਸ਼ਨ ਤਾਂ ਚੱਲਦੇ ਰਹਿਣਗੇ ਨਾ, ਇਹ ਤਾਂ ਦੇਸ਼ ਦੇ ਵਿੱਚ ਸਾਡੇ ਹੈ ਕਿ ਇੱਥੇ ਹਰ ਸਟੇਟ ਦੇ ਵਿੱਚ, ਹਰ ਸੂਬੇ ਦੇ ਵਿੱਚ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਕਦੇ ਬਲਾਕ ਸਮਿਤੀ ਦੇ, ਪੰਚਾਇਤਾਂ ਦੇ, ਮਿਊਨਿਸਪਲ ਕਾਰਪੋਰੇਸ਼ਨ ਦੇ, ਕੌਂਸਲਸ ਦੇ, ਇਹ ਸਭ ਇਲੈਕਸ਼ਨ ਤਾਂ ਚੱਲਦੇ ਹੀ ਰਹਿਣੇ। ਦੇਖੋ ਇਸ ਚੀਜ਼ ਨੂੰ ਦੇਖੋ, ਇਲੈਕਸ਼ਨਸ ਦਾ ਕੰਟੀਨਿਊਸ ਪ੍ਰੋਸੈਸ ਹੈ, ਚੱਲਣੇ ਆ 2 ਮਹੀਨਿਆਂ ਬਾਅਦ ਚੱਲਣ। ਬਟ ਰਾਈਟ ਨਾਓ ਐਟ ਦਿਸ ਮੋਮੈਂਟ ਆਪਾਂ ਅੱਜ ਹੁਣੇ ਗੱਲ ਕੀਤੀ, ਹਰ ਪਾਰਟੀ ਦੇ ਲਈ ਬਾਈ ਇਲੈਕਸ਼ਨਸ ਇੰਪੋਰਟੈਂਟ ਨੇ ਔਰ ਦਿਸ ਇਜ਼ ਅ ਸਿੰਗਲ ਬਾਈ ਇਲੈਕਸ਼ਨ ਔਰ ਇਹ ਸਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਸਾਡੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਪੂਰਵ ਮੈਂਬਰ ਪਾਰਲੀਮੈਂਟ ਗਏ ਨੇ, ਗੁਜ਼ਰੇ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ। तो ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਚੰਨੀ ਜੀ ਸਾਡਾ ਹੀ ਪਾਰਟ ਨੇ ਕਾਂਗਰਸ ਦਾ, ਤੇ ਅਸੀਂ ਕਿਉਂ ਨਾ ਕੁਐਸਚਨ ਮਾਰ ਕੇ ਸਵਾਲ ਚੱਕੀਏ ਇਹਨਾਂ ਦੀ ਮੈਲਾਫਾਈਡ ਇੰਟੈਂਸ਼ਨ ਦੇ ਉੱਤੇ। ਗੱਲ ਤਾਂ ਇਹੀ ਹੈ, ਭਾਵੇਂ 2 ਮਹੀਨਿਆਂ ਬਾਅਦ ਕੁਝ ਵੀ ਹੁੰਦਾ ਹੈ, ਪਰ ਰਾਈਟ ਨਾਓ 2 ਮਹੀਨਿਆਂ ਬਾਅਦ ਅਸੀਂ ਸਵਾਲ ਪੁੱਛਾਂ, ਤੁਸੀਂ ਸਾਨੂੰ ਕਾਊਂਟਰ ਕਰਿਓ ਕਿ ਤੁਸੀਂ ਤੁਹਾਡਾ ਤਾਂ ਹਰ ਵਾਰ ਹੀ ਹੁੰਦਾ, ਬਟ ਰਾਈਟ ਨਾਓ ਠੀਕ ਹੈ। ਚਲੋ ਮੈਂ ਜਵਾਬ ਲੈ ਲਵਾਂ। ਮਿੱਤਲ ਸਾਹਿਬ ਬਹੁਤ ਛੋਟੀ ਸਟੇਟਮੈਂਟ ਰੱਖਿਓ, ਬਲਟੋਹਾ ਸਾਹਿਬ ਦੇ ਮੁੱਦੇ ਦੇ ਉੱਤੇ ਵੀ, ਉਹਨਾਂ ਦੇ ਪੁਆਇੰਟ ਤੇ ਵੀ ਜਵਾਬ ਦੇ ਦਿਓ। ਉਹ ਕਹਿੰਦੇ ਕਿ ਤੁਸੀਂ 3 ਮਹੀਨੇ ਤੇ ਵਰਸਸ 1 ਸਾਲ ਬੋਲ ਰਹੇ ਹੋ, ਜੋ ਤੁਸੀਂ ਸੋਚ ਰਹੇ ਹੋ ਉਸ ਤੋਂ ਰਿਵਰਸ ਹੈ ਕਿ 3 ਮਹੀਨੇ ਬਾਅਦ ਤਾਂ ਲੋਕਾਂ ਦੇ ਕੋਲ ਸੀਗਾ ਕਿ ਕੋਈ ਗੱਲ ਨਹੀਂ, ਮੌਕਾ ਹੀ 3 ਮਹੀਨੇ ਮਿਲਿਆ, ਵੋਟ ਕਰ ਦਿੰਦੇ। ਹੁਣ ਤਾਂ 1 ਸਾਲ ਦਾ ਪੂਰਾ ਲੇਖਾ ਜੋਖਾ ਹੋਏਗਾ, ਜੋ ਚੰਨੀ ਜੀ ਵੀ ਜ਼ਿਕਰ ਕਰ ਰਹੇ ਸੀ, ਇੱਕ ਤਰੀਕੇ ਨਾਲ ਪੂਰਾ 1 ਸਾਲ ਦੀ ਰਿਪੋਰਟ ਕਾਰਡ ਹੋਏਗਾ ਲੋਕਾਂ ਦੇ ਕੋਲ। ਨਹੀਂ ਦੇਖੋ ਗੱਲ ਇਹ ਆ, ਬਿਰਸਾ ਸਿੰਘ ਬਲਟੋਹਾ ਜੋ ਮਰਜ਼ੀ ਕਹੀ ਜਾਣ, ਮੈਂ ਤਾਂ ਇਹਨਾਂ ਦੇ ਇੱਕ ਸੁਖਬੀਰ ਸਿੰਘ ਪ੍ਰਧਾਨ ਦੀ ਬਾਦਲ ਸਾਹਿਬ ਦੀ ਗੱਲ ਕਰਦਾ। ਨਹੀਂ ਕਹਿੰਦੇ 10 ਮਿੰਟ ਦਾ ਭਾਸ਼ਣ ਹੁੰਦਾ, 8 ਮਿੰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਹੁੰਦਾ। ਨਹੀਂ ਸੁਖਬੀਰ ਸਿੰਘ ਬਾਦਲ ਕੋਈ ਬਹੁਤ ਵੱਡੀ, ਸੁਖਬੀਰ ਸਿੰਘ ਬਾਦਲ ਕੌਣ ਨੇ? ਸੁਖਬੀਰ ਸਿੰਘ ਬਾਦਲ ਉਸ ਪਾਰਟੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ 3 ਐਮਐਲਏ ਨੇ ਵਿਧਾਨ ਸਭਾ ਦੇ ਵਿੱਚ, ਔਰ ਜਿਹਦਾ ਗ੍ਰਾਫ ਮਤਲਬ ਬਿਲਕੁਲ ਖਤਮ ਹੋਣ ਤੇ ਕਿਨਾਰੇ ਆ ਗਿਆ, ਜਿਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਪਹਿਲੇ ਪ੍ਰਧਾਨ ਹੋਣਗੇ, ਜਿਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਖਤਮ ਹੋਣ ਵੱਧ ਰਹੀ ਹੈਗੀ। ਕੌਣ ਨੇ? ਸੁਖਬੀਰ ਸਿੰਘ ਬਾਦਲ ਤੋਂ ਡਰਨ ਦੀ ਕੀ ਲੋੜ ਆ? ਪਰ ਜੋ ਉਹਨਾਂ ਨੇ ਕ੍ਰਿਤੀਆਂ ਕੀਤੀਆਂ ਨੇ, ਜੋ ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਤੇ ਉਹਦੀ ਗੱਲ ਤਾਂ ਹੋਏਗੀ, ਉਹ ਚਾਹੇ ਫਿਰ ਸੁਖਬੀਰ ਸਿੰਘ ਬਾਦਲ ਦਾ ਨਾਮ ਲੈਣਾ ਪਵੇ, ਚਾਹੇ ਕਿਸੇ ਹੋਰ ਦਾ ਨਾਮ ਲੈਣਾ ਪਵੇ। ਜਿਹੜੀ ਅਗਲੀ ਗੱਲ ਇਹ ਕਰਦੇ ਨੇ ਰਿਪੋਰਟ ਕਾਰਡ ਦੀ, ਦੇਖੋ 1 ਸਾਲ ਦੇ ਵਿੱਚ ਸਰਕਾਰ ਨੇ ਐਡੇ ਕੰਮ ਕਰਤੇ। ਸਰਕਾਰ ਨੇ 27000 ਲੋਕਾਂ ਨੂੰ ਨੌਕਰੀ ਦਿੱਤੀ ਹੈ, ਕੱਚੇ ਮੁਲਾਜ਼ਮ ਪੱਕੇ ਕਰਤੇ, ਠੀਕ ਹੈ ਜੀ। 1 ਕਰੋੜ ਰੁਪਇਆ ਸ਼ਹੀਦਾਂ ਨੂੰ ਸ਼ਹੀਦ ਫੰਡ ਦੇ ਨਾਮ ਦੇ ਉੱਤੇ ਜਾਰੀ ਕਰ ਰਹੀ ਹੈ ਸਰਕਾਰ, ਔਰ ਜਿਹੜਾ ਹੈਗਾ ਮੁਹੱਲਾ ਕਲੀਨਿਕ 500 ਤੋਂ ਉੱਪਰ ਬਣਾਏ ਗਏ ਨੇ, ਔਰ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਔਰ 600 ਯੂਨਿਟ ਬਿਜਲੀ ਫ੍ਰੀ। ਅੱਜ 20200 ਕਰੋੜ ਰੁਪਏ ਦੀ ਸਬਸਿਡੀ ਜਿਹੜੀ ਹੈਗੀ ਸੀ ਉਹ PSPCL ਨੂੰ ਤੁਸੀਂ ਲੈ ਕੇ ਜਾਓਗੇ, ਆ ਦੇਖੋ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਸੀ, ਵੋਟ ਪਾਓ। ਬਿਲਕੁਲ ਲੋਕ ਆਪ ਮੁਹਾਰੇ ਹੀ ਵੋਟ ਪਾ ਰਹੇ ਨੇ, ਲੋਕ ਆਪ ਮੁਹਾਰੇ ਹੀ ਵੋਟ ਪਾ ਰਹੇ ਨੇ ਕਿ ਹਾਂਜੀ ਇਹ ਸਰਕਾਰ ਕੰਮ ਕਰ ਰਹੀ ਹੈ। ਭਗਵੰਤ ਮਾਨ ਸਿੰਘ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦੀ ਅਗਵਾਈ ਵਾਲੀ ਸਰਕਾਰ ਜਿਹੜੀ ਹੈਗੀ ਲਗਾਤਾਰ ਸੂਬੇ ਦੇ ਵਿੱਚ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ, ਤੇ ਲੋਕ ਖੁਸ਼ ਨੇ ਇਸ ਗੱਲ। ਠੀਕ ਹੈ ਬਲਟੋਹਾ ਸਾਹਿਬ, ਚੰਨੀ ਮੈਂ ਤੁਹਾਡੇ ਕੋਲ ਆਉਣਾ। ਬਲਟੋਹਾ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਕਹਿੰਦੇ 1 ਸਾਲ ਦਾ ਸਾਡੇ ਕੋਲ ਪੂਰਾ ਰਿਪੋਰਟ ਕਾਰਡ ਅਸੀਂ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਦੱਸ ਰਹੇ ਹਾਂ, ਉਸ ਦੀ ਵਜ੍ਹਾ ਨਾਲ ਸਾਨੂੰ ਵੋਟ ਪੈਣੀ ਹੈ। ਦੇਖੋ ਗੌਰਵ ਜੀ, ਝੂਠਾ ਪ੍ਰਚਾਰ ਉਦੋਂ ਤੱਕ ਚੱਲਦਾ ਹੈ ਜਦ ਤੱਕ ਸੱਚਾਈ ਸਾਹਮਣੇ ਨਾ ਆਵੇ। ਉਹ ਗੁਰੂਓ, ਤੁਸੀਂ ਝੂਠਾ ਪ੍ਰਚਾਰ ਕਰ ਕਰਕੇ ਇੱਕ ਵਾਰ ਠੱਗੀ ਮਾਰ ਲਈ, ਹੁਣ ਨਹੀਂ ਵੱਜਣੀ। ਬੜਾ ਪ੍ਰਚਾਰ ਕੀਤਾ ਤੁਸੀਂ ਤਾਂ ਦਿੱਲੀ ਜਿਹੜਾ ਐਜੂਕੇਸ਼ਨ ਦਾ ਮਾਡਲ ਵੀ ਜਿਹੜਾ ਬੜਾ ਪ੍ਰਚਾਰਿਆ ਸੀਗਾ, ਤੇ ਅੱਜ ਮੇਰਾ ਖਿਆਲ ਤੁਹਾਡੀ ਜਿਹੜੀ ਆਤਸ਼ੀ ਹੈ ਐਜੂਕੇਸ਼ਨ ਮਿਨਿਸਟਰ, ਉਹਨੇ ਜਲੂਸ ਕੱਢਤਾ। ਪਤਾ ਨਹੀਂ ਤੁਹਾਂ ਵੀਡੀਓ ਦੇਖੀ ਕਿ ਨਹੀਂ ਦੇਖੀ ਹੋਣੀ ਹੈ। ਆਤਸ਼ੀ ਜੀ ਕੈਮਰਾ ਬੈਗ 'ਚ ਪਾ ਕੇ ਲੈ ਕੇ ਜਾਂਦੇ ਨੇ ਕਿ ਮੈਂ ਅੱਜ ਬੜਾ ਵੱਡਾ ਮਾਰਕਾ ਮਾਰ ਰਹੀ ਹਾਂ। ਉੱਥੇ ਜਾ ਕੇ ਨੰਗਿਆਂ ਕਰਦੇ ਨੇ ਤੁਹਾਡੇ ਦਿੱਲੀ ਐਜੂਕੇਸ਼ਨ ਮਾਡਲ ਦੀ, ਉਹਦਾ ਭੰਡਾ ਫੋੜਦੇ ਨੇ। ਔਰ ਇੱਕ ਇਹ ਦਾਅਵਾ ਕਰਦੇ ਗੌਰਵ ਜੀ, ਮੈਂ ਚੈਲੰਜ ਕਰਦਾ ਹਾਂ, ਇਹ ਕਹਿੰਦੇ ਆ ਕਿ ਜਿਹੜੇ ਦਿੱਲੀ ਦੇ ਸਕੂਲ ਉਹਨਾਂ 'ਚ ਚਪੜਾਸੀ ਦਾ ਬੱਚਾ ਵੀ ਉੱਥੇ ਪੜ੍ਹਦਾ ਤੇ IAS ਦਾ ਬੱਚਾ ਵੀ ਉੱਥੇ ਪੜ੍ਹਦਾ ਹੈ। ਇੱਕ ਸਾਬਤ ਕਰ ਦੇਣ। ਪਹਿਲੀ ਤਾਂ ਗੱਲ ਹੈ ਕਿ ਜਿੰਨੇ ਉੱਥੇ MLA ਨੇ, ਮੇਰਾ ਖਿਆਲ 67 ਹੈ, ਇਹਨਾਂ ਦਾ 63 ਹੈ, ਉਹਨਾਂ ਦੇ ਕੋਈ ਬੱਚਾ ਉੱਥੇ ਪੜ੍ਹਦਾ ਹੋਵੇ ਕਿ ਸਰਕਾਰੀ ਸਕੂਲ 'ਚ। ਹਾਂਜੀ, ਕੋਈ ਸ਼ਿਸ਼ੋਦੀਆ ਜੀ ਦੇ ਪਰਿਵਾਰ 'ਚ, ਕੋਈ ਆਦਸ਼ੀ ਜੀ ਦੇ ਪਰਿਵਾਰ 'ਚ, ਕੋਈ ਕੇਜਰੀਵਾਲ ਦੇ ਪਰਿਵਾਰ 'ਚ ਪੜ੍ਹਦਾ ਹੋਵੇ ਸਰਕਾਰੀ ਸਕੂਲਾਂ 'ਚ, ਦਿਖਾ ਦੇਣ, ਸਾਬਤ ਕਰ ਦੇਣ। ਐਵੇਂ ਹਵਾ 'ਚ ਗੱਲਾਂ ਕਰ ਦੇਣੀਆਂ, ਤਾਂ ਠਾਂ ਗੱਲਾਂ ਕਰੀ ਜਾਣੀਆਂ, ਜਿਸ ਤਰ੍ਹਾਂ ਆਪਣੇ ਭਗਵੰਤ ਮਾਨ ਹੋਰੀ ਕਰਦੇ ਹੁੰਦੇ ਸੀ, ਕਰਦੇ ਸੀ ਨਾ ਸਟੇਜਾਂ ਤੇ, ਕਿ ਜਦੋਂ ਵੱਡਿਆਂ ਦੇ ਕਾਫਲੇ ਲੰਘਦੇ ਆ ਤੇ ਫਿਰ ਉੱਤੇ ਕੀ ਕਰਦੇ ਆ, ਚੌਂ 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 ਚੋਰ। ਤੇ ਹੁਣ ਚੋਰ ਕੌਣ ਆ? ਗੁਰੂਓ, ਤੁਸੀਂ ਤੇ 800 ਦੀ ਥਾਂ ਤੇ 1200 ਬਣਾਤਾ। ਜਿਹੜਾ ਮੁੱਖ ਮੰਤਰੀ ਦੇ ਨਾਲ ਲਾਤੇ ਆ, ਜਿਹੜੇ ਗਾਰਡ ਲਾਤੇ ਜੇ, 100 ਉਹਨਾਂ ਦੇ ਘਰ ਦੀਆਂ ਸਾਰੀਆਂ ਬੀਬੀਆਂ ਨੂੰ ਦੇਤੇ ਜੇ। ਹਾਂਜੀ, 100 ਦੇਤੇ ਜੇ। ਕਿਲੋ ਸੋਨਾ ਪਾਈ ਫਿਰਦੀਆਂ, ਕਿੱਥੋਂ ਆ ਗਿਆ? ਦਿਹਾੜੀਆਂ ਉਹ ਤਾਂ ਵੱਡੇ ਸਰਦਾਰ ਸੀ, ਚਲੋ ਆਪਾਂ ਪੰਜਾਬ ਦੇ ਵੱਡੇ ਸਰਦਾਰਾਂ ਚੋਂ ਬਾਦਲ ਪਰਿਵਾਰ। ਹਾਂਜੀ, ਮੇਰੀ ਇੱਕ ਮਿੰਟ ਗੌਰਵ ਜੀ, ਮੇਰੀ ਹੱਥ ਬਣ ਕੇ ਬੇਨਤੀ ਹੈ। ਇਹ ਕਹਿੰਦੇ ਕਿ ਦਰਦ ਜਾ ਕੇ ਪੁੱਛੋ ਲਤੀਫਪੁਰ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੁਸੀਂ ਭਰੀ ਸਰਦੀ ਦੇ ਵਿੱਚ ਉਜਾੜਿਆ। ਹਾਂਜੀ, ਤੇ ਤੁਸੀਂ ਦਰਦ ਦੀ ਗੱਲ ਕਰਦੇ
ਤੁਹਾਨੂੰ ਕੀ ਪਤਾ ਦਰਦ ਕੀ ਹੁੰਦਾ? ਤੁਸੀਂ ਪੁੱਛੋ ਨਾ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਚੱਕ ਚੱਕ ਕੇ ਤੁਸੀਂ ਘਰਾਂ ਚੋਂ ਤੇ ਜੇਲ੍ਹਾਂ 'ਚ ਸੁੱਟਤਾ, ਤੇ ਜਦੋਂ ਕੌਮ ਨੇ, ਪੰਜਾਬ ਦੇ ਲੋਕਾਂ ਨੇ ਆਵਾਜ਼ ਉਠਾਈ ਤੇ ਫਿਰ ਤੁਹਾਨੂੰ ਰਿਹਾ ਕਰਨੇ ਪਏ। ਜੋ ਜਹਦਰ ਅਕਾਲ ਤਖਤ ਸਾਹਿਬ ਨੇ ਦਬਕਾ ਮਾਰਿਆ, ਹਾਂਜੀ, ਉਦੋਂ ਰਿਹਾ ਕਰਨੇ ਪਏ। ਚੱਕ ਚੱਕ ਕੇ ਤੁਸੀਂ ਐਨਐਸਏ ਲਾ ਰਹੇ ਜੇ। ਇੱਕ ਮੈਂ ਦੱਸ ਦੇਵਾਂ ਗੌਰਵ ਜੀ, ਪੰਜਾਬ ਦਾ ਨੌਜਵਾਨ ਇਹਨਾਂ ਦੀ ਬਹੁਤ ਵੱਡੀ ਸ਼ਕਤੀ ਸੀ। ਅੱਜ ਪੰਜਾਬ ਦਾ ਨੌਜਵਾਨ ਇਹਨਾਂ ਤੋਂ ਨਿਰਾਸ਼ ਹੈ। ਅੱਜ ਨਿਰਾਸ਼ ਹੈ ਪੰਜਾਬ ਦਾ ਨੌਜਵਾਨ, ਖਾਸ ਕਰਕੇ ਸਿੱਖ ਨੌਜਵਾਨ ਜਿਨ੍ਹਾਂ ਨੇ ਇਹਨਾਂ ਵਾਸਤੇ ਮਿਹਨਤ ਕੀਤੀ ਸੀ। ਠੀਕ ਹੈ ਬਲਟੋਹਾ ਜੀ, ਜਵਾਬ ਲੈ ਲਓ ਦੇਖੋ, ਤੁਸੀਂ। ਬਿਰਸਾ ਸਿੰਘ ਬਲਟੋਹਾ ਬੜੇ ਬਜ਼ੁਰਗ ਸਿਆਸਤਦਾਨ ਨੇ, ਮੈਨੂੰ ਲੱਗਦਾ, ਪਰ ਇਹਨਾਂ ਦੀ ਹੁਣ ਜਿਹੜੀ ਹੈਗੀ ਫਰਸਟ੍ਰੇਸ਼ਨ ਦਾ ਲੈਵਲ ਥੋੜਾ ਜਿਹਾ ਵੱਧ ਗਿਆ, ਕਿਉਂਕਿ ਕੁਝ ਬਜ਼ੁਰਗ ਨਹੀਂ ਗਿਆ ਮੈਂ, ਅਕਾਲੀ ਦਲ ਦੀ ਹਾਲਤ ਮੇਰੇ ਤੇ ਕਰੰਟ ਮੁੰਡਾ ਹੀ ਉਮਰ ਦੀ ਘੱਟ ਆਈ ਹੈ। ਆਪਾਂ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਨਹੀਂ ਮੈਂ ਨਿੱਜੀ ਨਹੀਂ ਹੋ ਰਿਹਾ, ਬਲਟੋਹਾ ਸਾਹਿਬ ਬੋਲ ਰਹੇ ਨੇ ਤੇ ਬਲਟੋਹਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਬੋਲ ਰਹੇ, ਅਸੀਂ ਇਹ ਸਮਝਦੇ ਲੋਕ ਇਹ ਸਮਝ ਰਹੇ। ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕਰੀ ਹੈ ਦਿੱਲੀ ਦੇ ਸਕੂਲਾਂ ਦੀ, ਕਿ ਦਿੱਲੀ ਦੇ ਸਕੂਲਾਂ ਦੇ ਚੈਲੰਜ ਕਰਦੇ ਨੇ ਕਿ ਦਿੱਲੀ ਦੇ ਸਕੂਲਾਂ ਦੇ ਵਿੱਚ ਕੋਈ ਵੀ ਕਿਸੇ ਵੀ ਐਮਐਲਏ ਦੇ ਬੱਚੇ ਨਹੀਂ ਪੜ੍ਹਦੇ। ਬਲਟੋਹਾ ਸਾਹਿਬ, ਕਾਪੀ ਤੇ ਪੈਨ ਚੱਕ ਲਓ, ਨੋਟ ਕਰ ਲਓ ਨਾਮ ਐਮਐਲਏ ਦਾ ਤੇ ਨੋਟ ਕਰ ਲਓ ਉਹਨਾਂ ਦੀ ਵਿਧਾਨ ਸਭਾ, ਤੇ ਜੇ ਨਹੀਂ ਯਕੀਨ ਤਾਂ ਗੌਰਵ ਸ਼ੁਕਲਾ ਜੀ ਨੂੰ ਨਾਲ ਲੈ ਚੱਲਦੇ ਆ, ਕੈਮਰਾ ਲੈ ਚੱਲਦੇ ਆ, ਦਿੱਲੀ ਚੱਲਦੇ ਆ, ਹੁਣੀ ਡਿਬੇਟ ਬਾਅਦ ਚ ਕਰ ਲਾਂਗੇ। ਸਾਡੇ ਓਖਲਾ ਤੋਂ ਐਮਐਲਏ ਅਮਾਨਤੁੱਲਾ ਖਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਨੇ, ਦਿੱਲੀ ਵਕਫ ਬੋਰਡ ਦੇ ਚੇਅਰਮੈਨ ਨੇ, ਉਹਨਾਂ ਦੇ ਬੱਚੇ ਓਖਲਾ ਦੇ ਸਰਕਾਰੀ ਸਕੂਲ ਚ ਪੜ੍ਹਦੇ ਨੇ। ਨੋਟ ਕਰ ਲਓ, ਕਾਪੀ ਪੈਨ ਲੈ ਲਓ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਇਸ ਕਰਕੇ ਲੋਕਾਂ ਕੋਲ ਜਿਹੜੇ ਤੁਹਾਡਾ ਝੂਠ ਜਿਹੜਾ ਹੈਗਾ ਖਤਮ ਹੋ ਚੁੱਕਾ, ਤੁਹਾਡੇ ਕੋਲ ਕੁਝ ਨਹੀਂ ਹੈ, ਤੁਹਾਡੇ ਕੋਲ ਕੁਝ ਨਹੀਂ ਹੈ, ਠੀਕ ਹੈ, ਤੁਸੀਂ ਇੱਕ ਜਾਬਤਾ ਕਰਨ ਲਈ ਆਉਂਦੇ ਹੋ, ਤੁਸੀਂ ਆਪਣੀ ਪਾਰਟੀ ਦਾ ਪੱਖ ਰੱਖਣਾ ਰੱਖ ਲਓ, ਅੱਗੇ ਕਰੋ, ਨਹੀਂ ਕਰਦੇ। ਤੇ ਦੂਜੀ ਗੱਲ ਜਿਹੜੀ ਇਹ ਗੱਲ ਕਰਦੇ ਆ ਕਿ ਜੀ ਇਹਨਾਂ ਨੇ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਆ। ਉਹ ਉਹਨਾਂ ਨੇ ਸਾਡਾ ਏਜੰਡਾ ਕਰਪਸ਼ਨ ਫਰੀ ਆ, ਸਾਡਾ ਏਜੰਡਾ ਸਕੂਲਾਂ ਨੂੰ ਸੁਧਾਰ ਕਰਨਾ, ਸਾਡਾ ਏਜੰਡਾ ਹੈਗਾ। ਤੁਹਾਡਾ ਜਲੰਧਰ ਜ਼ਿਮਨੀ ਚੋਣ ਦਾ ਏਜੰਡਾ ਕੀ ਹੈ? ਜਲੰਧਰ ਜਿਮਨੀ ਚੋਣ ਅੱਜ ਬੀਜੇਪੀ ਦੇ ਪ੍ਰਵਕਤਾ ਗੱਲ ਕਰ ਰਹੇ ਸੀ। ਬੀਜੇਪੀ ਦਾ ਅੱਜ ਮਹਿੰਗਾਈ ਸੈਂਟਰ ਦੇ ਵਿੱਚ ਕਿੰਨੀ ਆ? ਅੱਜ ਇਹਨਾਂ ਨੇ ਕਿਹੜੀ ਸਾਲ ਦੇ ਵਿੱਚ 2 ਕਰੋੜ ਨੌਕਰੀ ਦਿੱਤੀ? ਇਹਨਾਂ ਨੇ ਲੋਕਾਂ ਲਈ ਕੀ ਕੀਤਾ? ਸਾਰਾ ਜਿਹੜਾ ਹੈਗਾ ਸਾਰੀ ਬੀਜੇਪੀ ਦੀ ਜੁਮਲੇਬਾਜ਼ੀ ਚੱਲ ਰਹੀ ਹੈ। ਬੀਜੇਪੀ ਫਿਰਕਾ ਪ੍ਰਸਤੀ ਦੀ, ਜਾਤ ਪਾਤ ਦੀ ਰਾਜਨੀਤੀ ਕਰ ਰਹੀ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਬੀਜੇਪੀ ਬਦਲਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਸਿਲੇਬਸਾਂ ਦੇ ਵਿੱਚੋਂ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਆਮ ਆਦਮੀ ਪਾਰਟੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਪਦ ਚਿੰਨ੍ਹਾਂ ਤੇ ਚੱਲਦੀ ਹੋਈ ਦਲਿਤਾਂ ਦੇ ਭਲੇ ਦੇ ਲਈ, ਸਾਰੇ ਆਮ ਲੋਕਾਂ ਦੇ ਭਲੇ ਦੇ ਲਈ ਕੰਮ ਕਰ ਰਹੀ ਹੈ। ਔਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਅੱਜ ਜਿਸ ਤਰੀਕੇ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਪਦ ਚਿੰਨ੍ਹਾਂ ਤੇ ਚੱਲਦੇ ਹੋਏ ਗਰੀਬ ਦੇ ਬੱਚਿਆਂ ਨੂੰ ਅੱਜ ਸਕੂਲਾਂ ਦੇ ਵਿੱਚ ਮੁਫਤ ਸਿੱਖਿਆ ਮਿਲ ਰਹੀ ਹੈ, ਤੇ ਇਹ ਬੀਜੇਪੀ ਨਹੀਂ ਕਰ ਸਕਦੀ। ਬੀਜੇਪੀ ਤਾਂ ਗਰੀਬਾਂ ਦੇ ਹੱਕ ਦੇ ਵਿੱਚ ਹੀ ਨਹੀਂ ਹੈ ਨਹੀਂ। ਬੀਜੇਪੀ ਨੇ ਦੇਸ਼ ਨੂੰ ਜਿਹੜਾ ਹੈਗਾ 2014 ਤੋਂ ਬਾਅਦ ਲਗਾਤਾਰ ਇਹਨਾਂ ਦੀ ਯਾਰੀ ਕਿਹਦੇ ਨਾਲ? ਅਡਾਨੀ ਨਾਲ, ਅੰਬਾਨੀ ਨਾਲ। ਇਹਨਾਂ ਨੂੰ ਤਾਂ ਸਿਰਫ 2 ਇਹਨਾਂ ਦੇ ਕਮਾਊ ਪੁੱਤ ਜਿਹੜੇ ਹੈਗੇ ਨੇ ਉਹ ਯਾਦ ਆਉਂਦੇ ਆ। ਅਡਾਨੀ ਦੇ ਇਹਨਾਂ ਨੇ ਦੱਸੋ ਮੈਨੂੰ ਗਰੀਬਾਂ ਲਈ ਦਲਿਤਾਂ ਲਈ ਕੀ ਕੀਤਾ? ਅੱਜ ਅਡਾਨੀ ਦੇ ਨਾਮ ਦੇ ਉੱਤੇ ਸਾਰੀ ਪਾਰਲੀਮੈਂਟ ਇੱਕ ਹੋਈ ਬੈਠੀ ਹੈ ਤੇ ਸਾਰੇ ਕਹਿੰਦੇ ਜੇਪੀਸੀ ਬਣਾਓ, ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ ਮੰਗ ਕਰ ਰਹੇ ਨੇ ਤੇ ਉਹਦੇ ਕਾਪਲੇ ਦੀ ਜਾਂਚ ਨਹੀਂ ਕਰਾ ਰਹੇ। ਤੇ ਅੱਜ ਬੀਜੇਪੀ ਲੈ ਕੇ ਇਹਨਾਂ ਨੂੰ ਤਾਂ ਸਾਡੇ ਕੈਂਡੀਡੇਟ ਦੀ ਗੱਲ ਕਰ ਰਹੇ ਨੇ। ਅਕਾਲੀ ਦਲ ਤੇ ਬੀਜੇਪੀ ਦਾ ਇਹ ਹਾਲ ਆ। ਪਹਿਲਾਂ ਚਰਨਜੀਤ ਸਿੰਘ ਅਟਵਾਲ ਜਿਹੜੇ ਹੈਗੇ ਸੀ, ਉਹਨਾਂ ਨੂੰ ਅਕਾਲੀ ਦਲ ਨੇ ਬੀਜੇਪੀ ਚ ਭੇਜਤਾ, ਉਹਨਾਂ ਨੇ ਇਲੈਕਸ਼ਨ ਲੜਨ ਤੋਂ ਬਾਅਦ ਫਿਰ ਦੁਬਾਰਾ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ। ਅੱਜ ਉਹਨਾਂ ਦੇ ਬੇਟੇ ਇਹਨਾਂ ਨੇ ਇੰਪੋਰਟ ਕਰ ਲਏ ਬਾਹਰੋਂ। ਇਹ ਸਾਨੂੰ ਤਾਂ ਕਹਿ ਰਹੇ ਨੇ ਇਹਨਾਂ ਦੇ ਕੈਂਡੀਡੇਟ ਕੀ ਨੇ, ਕੱਲ ਇਹਨਾਂ ਨੇ ਜੁਆਇਨ ਕਰਾਇਆ ਉਹਨਾਂ ਨੂੰ ਅਕਾਲੀ ਦਲ ਦੇ ਵਿੱਚੋਂ। ਇਹ ਅਸਲ ਵਿੱਚ ਮਿਲ ਕੇ ਗੇਮ ਖੇਡਦੇ ਨੇ, ਇੱਕ ਦੂਜੇ ਦੀ ਹੈਲਪ ਕਰਦੇ ਨੇ, ਚਾਹੇ ਸ਼ੁਰੂ ਤੋਂ ਲੈ ਕੇ ਚਾਹੇ ਕਿਸਾਨੀ ਬਿੱਲਾਂ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਅਕਾਲੀ ਦਲ ਦਾ ਵੀ ਚਿਹਰਾ ਨੰਗਾ ਹੋਇਆ। ਜਿੱਤ ਤਾਂ ਇੱਕ ਦੀ ਹੋਣੀ ਹੈ ਨਾ ਮਿੱਤਲ ਸਾਹਿਬ, ਜਿੱਤ ਤਾਂ ਇੱਕ ਦੀ ਹੋਣੀ ਹੈ। ਹੁਣ ਅਕਾਲੀ ਦਲ ਆਪਣੀ ਸੀਟ ਕਿਉਂ ਛੱਡੇਗਾ? ਲੋਕਾਂ ਨੂੰ ਮੈਂ ਤਾਂ ਥੋੜੀ ਪ੍ਰੈਕਟੀਕਲ ਗੱਲ ਕਰਦਾ ਇਹਨਾਂ ਦੀ ਗੇਮ। ਜੇ ਹੁਣ 2-3 ਲੋਕ ਇਕੱਠੇ ਹੋ ਕੇ ਕੋਈ ਕੰਮ ਕਰ ਵੀ ਰਹੇ ਹੋਣ, ਮੈਂ ਇੱਕ ਐਕਸਟ੍ਰੀਮ ਲੈਵਲ ਤੇ ਜਾ ਕੇ ਸੋਚ ਵੀ ਲਵਾਂ ਤਾਂ ਹੋਏਗਾ ਨਾ ਕਿ ਚਲੋ ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ ਤਾਂ 30% ਸਾਰਿਆਂ ਦਾ ਫਾਇਦਾ ਹੋਏਗਾ। ਪਰ ਇੱਥੇ ਤਾਂ ਜੇ ਮਿਲੀ ਭੁਗਤ ਚਾਹੇ ਉਹ ਤੁਹਾਡੇ ਉੱਤੇ ਵੀ ਇਲਜ਼ਾਮ ਲੱਗਣ। ਗੱਲ ਇਹੀ ਹੈ ਕਿ ਫਿਰ ਇੱਕ ਜਿੱਤਣਾ ਤਾਂ ਇੱਕ ਨਹੀਂ ਹੈ ਨਾ। ਕੌਣ ਕਹੇਗਾ ਕਿ ਸਾਡੀ ਸੀਟ ਛੱਡ ਦਿਓ? ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਅੰਦਰੋਂ ਇੱਕ ਨੇ, ਚਾਹੇ ਉਹ ਕਿਸਾਨੀ ਬਿੱਲਾਂ ਤੋਂ ਲੈ ਕੇ ਠੀਕ ਹੈ। ਮੈਂ ਬਲਟੋਹਾ ਸਾਹਿਬ ਦਾ ਰਿਐਕਸ਼ਨ ਹੋਊਗਾ, ਪਰ ਚੰਨੀ ਸਾਹਿਬ ਦਾ ਰਿਐਕਸ਼ਨ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਇਲੈਕਸ਼ਨ ਦੇ ਵਿੱਚ ਮਹਿੰਗਾਈ ਇੱਕ ਵੱਡਾ ਮੁੱਦਾ ਹੋਏਗਾ? ਤੁਹਾਨੂੰ ਇਹ ਲੱਗ ਰਿਹਾ ਹੈ ਮਿੱਤਲ ਸਾਹਿਬ? ਬਿਲਕੁਲ ਮਹਿੰਗਾਈ, ਮੈਂ ਤਾਂ ਕਹਿ ਰਿਹਾ ਮਹਿੰਗਾਈ ਹੈ। ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ, ਅੱਜ ਕੱਚੇ ਤੇਲ ਦੀ ਲਗਾਤਾਰ ਕੀਮਤ ਘਟ ਰਹੀ ਹੈ, ਪਰ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਲਗਾਤਾਰ ਤੇਲ ਦੀਆਂ ਕੀਮਤਾਂ ਵਧਾ ਰਹੀ ਹੈ, ਘਟਾ ਨਹੀਂ ਰਹੀਆਂ। ਉਹਦਾ ਜਿਹੜਾ ਅਸਰ ਆ ਉਹ ਗਰੀਬ ਵਰਗ ਤੇ ਪੈ ਰਿਹਾ, ਦਲਿਤ ਵਰਗ ਤੇ ਪੈ ਰਿਹਾ। ਠੀਕ ਹੈ, ਕਿਉਂਕਿ ਚੰਨੀ ਦੇਖੋ ਜਦੋਂ ਲੋਕ ਸਭਾ ਵਾਲੀ ਇਲੈਕਸ਼ਨਸ ਹੁੰਦੀਆਂ ਨੇ ਉਸ ਸਮੇਂ ਦੇਸ਼ ਦੇ ਜਿਹੜੇ ਵੱਡੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਵੋਟ ਹੁੰਦਾ ਹੈ। ਪੰਜਾਬ ਦੇ ਮੁੱਦਿਆਂ ਦੇ ਉੱਤੇ ਵੋਟ ਤਾਂ ਲਾਜ਼ਮੀ ਤੌਰ ਤੇ ਹੋਏਗਾ, ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ ਹੋਏਗਾ ਜਿਸ ਦੇ ਵਿੱਚ ਬੀਜੇਪੀ ਨੂੰ ਸਵਾਲ ਹੋਣਗੇ ਔਰ ਜਵਾਬ ਦੇਣੇ ਪੈਣਗੇ ਔਰ ਉਸ ਦਾ ਤੁਹਾਨੂੰ ਨੁਕਸਾਨ ਹੋ ਸਕਦਾ। ਦੇਖੋ ਹੋਰ ਗੱਲ ਇਹ ਹੈਗੀ ਹੈ ਕਿ ਪਹਿਲਾਂ ਤਾਂ ਮੇਰਾ ਵੀਰੇ ਦੱਸ ਦੇਵੇ ਕਿ ਜਿਹੜਾ 90 ਪੈਸੇ ਵੈਟ ਵਧਾਇਆ ਤੇਲ ਦੇ ਉੱਪਰ, ਸਰ ਗੱਲ ਪਤਾ ਕੀ ਉਹ ਕਿਉਂ ਵਧਾਇਆ ਇਹਨਾਂ ਨੇ? ਜੇ ਇਹਨਾਂ ਨੂੰ ਲੱਗਦਾ ਸੀ ਵੀ ਤੇਲ ਤਾਂ ਬਹੁਤ ਮਹਿੰਗਾ ਹੈ ਤੇ ਸਾਰੇ ਰੀਜ਼ਨ ਦੇ ਵਿੱਚੋਂ ਅਸੀਂ 1 ਨੰਬਰ ਤੇ ਜਿਹੜਾ ਹੈਗਾ ਤੇਲ ਸਾਡੇ ਮਹਿੰਗਾ ਹੈਗਾ, ਤੇ ਖਾਸ ਕਰਕੇ ਚੰਡੀਗੜ੍ਹ ਦੇ ਨੇੜੇ ਦਾ ਇਹਨਾਂ ਦੇ ਪੰਪ ਵੀ ਪਿੱਛੋਂ ਬੰਦ ਹੋ ਗਏ। ਤੇ ਇੱਕ ਦੂਜੀ ਹੋਰ ਗੱਲ ਮੈਨੂੰ ਦੱਸਦੇ ਨੇ, ਕਹਿੰਦੇ ਵੀ ਸਾਡੇ ਵਰਗਾ ਕੋਈ ਨਹੀਂ। ਤੁਸੀਂ ਦੇਖੋ ਅਸਾਮ ਵਰਗੀ ਸਟੇਟ ਜੀ ਜਿਹਦੇ ਵਿੱਚ 2026 ਚ ਇਲੈਕਸ਼ਨ ਹੋਣੀ ਹੈ ਜੀ, ਤੇ ਇਹ ਪਤਾ ਨਹੀਂ ਕਿਹੋ ਜਿਹੇ ਸੁਪਨੇ ਕੇਜਰੀਵਾਲ ਲੈ ਰਿਹਾ ਤੇ ਉਹਨਾਂ ਨੂੰ ਪੂਰੇ ਕਰਵਾ ਰਿਹਾ ਭਗਵੰਤ ਮਾਨ ਤੋਂ, ਤੇ ਉੱਥੇ ਸਾਰਾ ਲਾਮ ਲਸ਼ਕਰ ਜਾ ਰਿਹਾ ਹੈਗਾ।
ਕਿੱਡੀ ਹਾਸੋਹੀਣੀ ਗੱਲ ਹੈ। ਤੇ ਜਿੱਥੇ ਕਰਨਾਟਕਾ ਦੇ ਵਿੱਚ 10 ਮਈ ਨੂੰ ਇਲੈਕਸ਼ਨ ਹੈ, ਉੱਥੇ ਜਾਂਦੇ ਨੇ। ਤੇ ਜੇ ਇੰਨੇ ਹਰਮਨ ਪਿਆਰੇ ਨੇ ਤੇ ਇਹਨਾਂ ਦਾ ਇੰਨਾ ਵਧੀਆ ਮਾਡਲ ਹੈਗਾ, ਜਿਹੜਾ ਦਿੱਲੀ ਦਾ ਮਾਡਲ ਹੈ, ਪ੍ਰੀਚ ਕਰੀ ਜਾਂਦੇ ਨੇ ਟਾਈਮ ਐਂਡ ਅਗੇਨ, ਵਿਚ ਹੈਜ਼ ਡੈਫੀਨਿਟਲੀ ਨੋ ਰੈਲੇਵੈਂਸ ਇਨ ਪੰਜਾਬ, ਕਿਉਂਕਿ ਨਾ ਪੰਜਾਬ ਇੱਕ ਸਿਟੀ ਸਟੇਟ ਹੈ ਤੇ ਨਾ ਹੀ ਪੰਜਾਬ ਦਾ ਕਿਸੇ ਵੀ ਤਰ੍ਹਾਂ ਦੇ ਨਾਲ ਦਿੱਲੀ ਦਾ ਕੋਈ ਮੇਲ ਹੈਗਾ। ਤੇ ਇਹ ਸਿਰਫ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਸਾਰਾ ਜਿਹੜਾ ਸਿਸਟਮ ਹੈ ਹੈਲਥ ਦਾ ਤਹਿਸ-ਨਹਿਸ ਕਰਤਾ ਇਹਨਾਂ ਨੇ। ਔਰ ਜਿਹੜਾ ਸਿਸਟਮ ਚੱਲਦਾ ਸੀ, PSC ਸੀਗਾ, ਡਿਸਪੈਂਸਰੀ ਸੀ, ਕਮਿਊਨਿਟੀ ਹੈਲਥ ਸੈਂਟਰ ਸੀ, ਉਹ ਬੰਦ ਕਰਕੇ ਤੇ ਨਵਾਂ ਸ਼ੁਰੂ ਕਰਤਾ। ਤੇ ਜੇ ਉਹ ਮੰਨ ਲਓ ਸਫਲ ਵੀ ਮੰਨ ਲਈਏ ਤੇ ਉਹ 500 ਲਾਤਾ ਤੇ ਚਾਹੇ 5 ਸਾਲਾਂ 'ਚ ਕਿੰਨਾ ਹੋ ਜਾਊਗਾ, 2500। ਤੇ ਸਾਡੇ ਕੋਲੇ 13000 ਪਿੰਡ ਨੇ ਤੇ 13000 ਹੀ ਮੁਹੱਲੇ ਚਾਹੀਦੇ ਨੇ, ਮੁਹੱਲਾ ਕਲੀਨਿਕ ਚਾਹੀਦੇ ਨੇ ਸ਼ਹਿਰਾਂ 'ਚ। ਉਹ 26000 ਦੀ ਵਾਰੀ ਕਦੋਂ ਆਏਗੀ? ਤੇ ਜਿਹੜੇ ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਨੇ, ਅਜੇ ਤੱਕ ਇਹਨਾਂ ਨੇ ਪਿਛਲੀ ਸਰਦੀਆਂ ਦੀਆਂ ਜੋ ਵਰਦੀਆਂ ਨਹੀਂ ਦਿੱਤੀਆਂ। ਤੇ ਜਿਹੜੀਆਂ ਬਾਕੀ ਜਿਹੜੀਆਂ ਸਹੂਲਤਾਂ ਹੈਗੀਆਂ ਨੇ, ਗੱਲਾਂ ਕਰਦੇ, ਮੈਂ ਕਹਿੰਦਾ ਚਾਹੇ ਸਿੰਗਾਪੁਰ ਦੀ ਜਾ ਕੇ ਉਦੋਂ ਵੀ ਗਾਹ ਭੇਜ ਦੇਣ ਬੰਦਿਆਂ ਨੂੰ, ਪਰ ਗੱਲ ਇਹ ਹੈਗੀ ਹੈ ਪਹਿਲਾਂ ਸਕੂਲਾਂ ਦਾ ਕੋਈ ਜਿਹੜਾ ਸਟੈਂਡਰਡ ਹੈ, ਮਿਨੀਮਮ ਰਿਕੁਆਇਰਮੈਂਟ ਹੈਗੀ ਹੈ, ਬੈਂਚ ਚਾਹੀਦੇ ਆ, ਡੈਸਕ ਚਾਹੀਦੇ ਆ, ਨੌਲੇਜ ਚਾਹੀਦੀ ਆ, ਉਹ ਚੀਜ਼ਾਂ ਤਾਂ ਪ੍ਰੋਵਾਈਡ ਕਰਦੇ, ਫਿਰ ਉਹਨੂੰ ਇੰਪਰੂਵ ਕਰ। ਜਿਹੜਾ ਪਹਿਲਾਂ ਦਾ ਸਿਸਟਮ ਹੈਗਾ ਉਹਨੂੰ ਤਹਿਸ-ਨਹਿਸ ਕਰੀ ਜਾਂਦੇ, ਜਿਹੜਾ ਚੱਲ ਰਿਹਾ ਉਹਨੂੰ ਵੀ ਬੰਦ ਕਰੀ ਜਾਂਦੇ। ਡਾਕਟਰ ਵੀ ਉੱਥੋਂ ਆ ਰਹੇ ਨੇ, ਉੱਥੇ ਵੀ ਮਰੀਜ਼ ਤੜਫੀ ਜਾਂਦੇ ਨੇ, ਇਹਨਾਂ ਦੇ ਵਿੱਚ ਵੀ ਤੜਫੀ ਜਾਂਦੇ। ਤੋ ਇਹਨਾਂ ਨੂੰ ਇਹ ਪਤਾ ਨਹੀਂ ਕੌਣ ਮੱਤ ਦੇਊਗਾ, ਇੰਨੀ ਐਮਚਿਓਰ, ਇੰਨੀ ਇਨਸੈਂਸਿਟਿਵ, ਇੰਨੀ ਇਨਐਕਸਪੀਰੀਅੰਸ ਸਰਕਾਰ। ਜੇ ਲੋਕਾਂ ਨੂੰ ਪਤਾ ਹੁੰਦਾ ਵੀ ਸਾਨੂੰ ਮਿਲੂਗੀ ਤਾਂ ਮਿਲ ਲਾ, ਚਾਹੇ ਅੱਜ ਵੋਟਾਂ ਪਵਾ ਲੈਣ। ਜੇ ਇੰਨੇ ਕੌਨਫੀਡੈਂਟ ਹੈਗੇ ਤੇ ਫਿਰ ਪਤਾ ਲੱਗ ਜੂ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਇਹ ਕਿੱਥੇ ਖੜਦੇ ਹੈਗੇ। ਤੇ ਇਹ ਜਿਹੜੀ ਅਸਲੀ ਗੱਲ ਹੈਗੀ ਹੈ, ਇਹਨਾਂ ਤਿਲਾਂ ਦੇ ਵਿੱਚ ਬਿਲਕੁਲ ਤੇਲ ਨਹੀਂ ਹੈਗਾ। ਜੋ ਲੋਕਾਂ ਦੀ ਬਦਕਿਸਮਤੀ ਸੀਗੀ ਤੇ ਜਿਹਦਾ ਜੋ ਭੁਗਤਾਨ ਲੋਕ ਦੇ ਰਹੇ ਨੇ, ਤੁਸੀਂ ਪਿੰਡਾਂ 'ਚ ਜਾ ਕੇ ਦੇਖੋ, ਸੀ ਕਿਸੇ ਨਾਲ ਗੱਲ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਇਹ ਹੁਣ ਗੱਲ ਕਰਦੇ ਨੇ ਸੈਂਟਰਲ ਗਵਰਨਮੈਂਟ ਦੀ 23 ਲੱਖ ਕਰੋੜ ਤੋਂ ਉੱਪਰ ਦਾ ਜਿਹੜਾ ਮੁਦਰਾ ਯੋਜਨਾ ਦੇ ਥੱਲੇ ਦਿੱਤਾ ਹੈਗਾ। ਤੇ ਟਾਇਲਟਸ ਕਿਹਨੇ ਬਣਾਈਆਂ? ਕਿਸਾਨ ਸਨਮਾਨ ਨਿਧੀ 'ਚ ਕਿਹਨੇ ਕੀਤਾ? ਹਾਊਸਿੰਗ ਕਿਹਨੇ ਕੀਤੀ? ਜਿਹੜਾ 2022 ਤੱਕ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। 2022 ਤੱਕ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। ਮੋਦੀ ਸਾਹਿਬ ਕਹਿ ਰਹੇ ਸੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। ਦੱਸੋ ਕਿੰਨੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਹੈ, ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ? ਕਿਸਾਨੀ ਅੰਦੋਲਨ ਦੇ ਦੌਰਾਨ 700 ਕਿਸਾਨ ਸੁਸਾਈਡ ਕਰ ਗਏ, ਤੁਸੀਂ ਉਹਨਾਂ ਲਈ ਕੀ ਕੀਤਾ? ਸੈਂਟਰ ਨੇ ਕਿਹੜੀ ਕੰਪਨਸੇਸ਼ਨ ਦਿੱਤੀ ਹੈ? ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇ। ਨਹੀਂ ਮੈਂ ਠੀਕ ਹੈ, ਤੁਹਾਡੀ ਗੱਲ ਪਹੁੰਚ ਗਈ ਹੋਏਗੀ। ਚਲਿਏ ਛੋਟੇ ਰਿਐਕਸ਼ਨ ਦੇ ਦਿਓ, ਸਮਾਂ ਬਹੁਤ ਘੱਟ ਹੈ, ਆਪਾਂ ਵਾਈਂਡ ਅਪ ਕਰਨਾ ਹੋਏਗਾ, ਕਨਕਲੂਜਨ ਵਾਲੇ ਪਾਸੇ ਵਧਣਾ। ਮੈਂ ਕਹਿ ਰਿਹਾ ਕਿ ਇਹ ਲੋਕਾਂ ਦੀ ਜਿਹੜੀ ਚਾਲਬਾਜ਼, ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਹੋ ਗਏ, ਪਰ ਹੁਣ ਨਹੀਂ ਹੋਣਾ। ਇਹ ਫਿਰ ਇਹਨਾਂ ਨੇ ਅੱਜ ਤੱਕ ਮਿਊਨਿਸਪਲ ਇਲੈਕਸ਼ਨ ਕਿਉਂ ਨਹੀਂ ਕਰਾਈ? ਕਰਾਉਣ ਹੁਣ, ਠੀਕ ਹੈ, ਪਤਾ ਲੱਗੂਗਾ ਵੀ ਅੱਜ ਕਿੱਥੇ ਜਾਇਆ, ਸ਼ਹਿਰਾਂ 'ਚ ਕਿੱਥੇ ਵਸਦੇ ਹੈਗੇ। ਤੋ ਇਹ ਇੱਕ ਜਿਹੜਾ ਡਰਾਮਾ ਕੀਤਾ ਸੀਗਾ, ਉਹ ਡਰਾਮਾ ਹੋ ਗਿਆ ਖਤਮ। ਭੈਣਾਂ ਦੇ ਪੈਸੇ ਕਿੱਥੇ ਚਲੇ ਗਏ? ਠੀਕ ਹੈ, 12,000 ਇੱਕ ਔਰਤ ਦੇ ਕਰਜ਼ਾਈ ਹੋ ਗਏ ਜੀ। ਠੀਕ ਹੈ ਸਰ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਇੱਕ ਵਾਰੀ ਸਭ ਦਾ ਰਿਐਕਸ਼ਨ ਛੋਟਾ ਛੋਟਾ ਲਵਾਂਗਾ। ਅੰਮ੍ਰਿਤ ਗਿੱਲ ਜੀ, ਸ਼ੁਰੂਆਤ ਤੁਹਾਡੇ ਤੋਂ। ਤੁਸੀਂ ਚੰਨੀ ਜੀ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੂੰ ਸਮਨ ਕਰਕੇ ਇੱਕ ਤਰੀਕੇ ਨਾਲ ਇਲੈਕਸ਼ਨ ਦੇ ਨਾਲ ਤੁਸੀਂ ਜੋੜ ਰਹੇ ਹੋ। ਕੀ ਤੁਸੀਂ ਦਲਿਤ ਕਾਰਡ ਨਹੀਂ ਖੇਡ ਰਹੇ ਕਿ ਕਾਂਗਰਸ ਨੂੰ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ ਕਿ ਕਾਨੂੰਨ ਆਪਣੇ ਪਾਸੇ ਕਾਰਵਾਈ ਕਰ ਰਿਹਾ, ਪਰ ਜੇਕਰ ਚੰਨੀ ਜੀ ਨੂੰ, ਸਾਬਕਾ ਸੀਐਮ ਨੂੰ ਸਮਨ ਹੋ ਗਏ ਨੇ, ਤਾਂ ਤੁਸੀਂ ਇੱਕ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਜਲੰਧਰ ਦੇ ਵਿੱਚ? ਇਹਦੇ ਵਿੱਚ ਦਲਿਤ ਕਾਰਡ ਜਾਂ ਨੌਨ ਦਲਿਤ ਕਾਰਡ ਦੀ ਗੱਲ ਹੀ ਨਹੀਂ ਹੈ। ਗੱਲ ਹੈ ਵੀ ਉਹ ਸਾਡੇ ਲੀਡਰ ਨੇ, ਸਾਡੇ ਪੂਰਵ ਮੁੱਖ ਮੰਤਰੀ ਰਹੇ ਨੇ। ਅੱਜ ਭਗਵੰਤ ਮਾਨ ਜੀ ਜਾ ਕੇ ਉੱਥੇ ਹਰੇਕ ਜਗ੍ਹਾ ਤੇ ਕੈਂਪੇਨ ਕਰ ਰਹੇ ਨੇ, ਜਿਹਨੂੰ ਜੋ ਊਲ ਜਲੂਲ ਬੋਲਣਾ ਬੋਲੀ ਜਾਂਦੇ ਨੇ। ਅਸੀਂ ਤਾਂ ਉਵੇਂ ਬੋਲਦੇ ਵੀ ਨਹੀਂ ਕਿ ਚੰਨੀ ਜੀ ਕਾਂਗਰਸ ਲਈ ਇੰਪੋਰਟੈਂਟ ਨਹੀਂ ਹੈ। ਗੱਲ ਇੰਨੀ ਕਿ ਔਰ ਟਾਈਮਿੰਗ ਕਿਹੜਾ ਚੁਣਿਆ ਗਿਆ ਉਹ ਗੱਲ ਹੈ। ਔਰ ਮੈਂ ਗੱਲ ਕਰਾਂ ਵੀ ਲਤੀਫਪੁਰੇ ਦੀ ਇਲੈਕਸ਼ਨ, ਜਿਹੜੀ ਜਲੰਧਰ ਦੀ ਇਲੈਕਸ਼ਨ ਹੈ, ਲਤੀਫਪੁਰਾ, ਲਾਅ ਐਂਡ ਆਰਡਰ, ਮਹਿੰਗਾਈ, ਜਿਹੜੀ ਆਮ ਆਦਮੀ ਪਾਰਟੀ ਨੇ MSP ਦਿੱਤੀ, ਕੱਲੀ ਮੂੰਗੀ ਤੇ ਦਿੱਤੀ, ਉਹ ਵੀ 20 ਪੈਸੇ ਦਿੱਤੀ, 1000 ਰੁਪਇਆ ਭੈਣਾਂ ਨੂੰ ਦੇਣਾ ਸੀਗਾ, ਮਹਿੰਗਾਈ, ਇਹ ਸਾਰੇ ਮੁੱਦਿਆਂ ਤੇ ਲੜੀ ਜਾਊਗੀ। ਤੇ ਮੇਰੇ ਦੇਸ਼ ਦਾ ਭਵਿੱਖ ਕੀ ਹੋਣਾ ਚਾਹੀਦਾ, ਇਹ ਸਾਰੇ ਮੁੱਦਿਆਂ ਤੇ ਲੜੀ। ਠੀਕ ਹੈ, ਲਾਜ਼ਮੀ ਤੌਰ ਤੇ ਇਹਨਾਂ ਦੇ ਮੈਂ ਕਨਕਲੂਡ ਕਰਨਾ। ਮੈਮ, ਤੁਹਾਡੇ ਕੋਲ ਮੈਂ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਬਲਟੋਆ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ। ਬਲਟੋਆ ਸਾਹਿਬ, ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਸੀ, ਤੁਹਾਡਾ ਫਾਈਨਲ ਕਮੈਂਟ। ਮੈਂ ਤੇ ਗੌਰਵ ਜੀ ਇੰਨੀ ਗੱਲ ਕਰਨਾ ਚਾਹੁੰਦਾ ਸੀ ਕਿ ਬੜੀ ਹਿੱਕ ਥਾਪੜ ਕੇ ਕਹਿੰਦੇ ਆ ਕਿ ਅਸੀਂ ਇਮਾਨਦਾਰ ਹੈ, ਕੱਟੜ ਇਮਾਨਦਾਰ। ਹੁਣ ਇਮਾਨਦਾਰੀ ਦਾ ਅੱਜ ਜਿਹੜਾ ਨਵਾਂ ਇੱਕ ਇਹਨਾਂ ਚੰਦ ਚਾੜਿਆ, ਮੈਂ ਉਹੀ ਲੱਗਾ ਦੱਸਣ। ਪਹਿਲੀ ਤਾਂ ਗੱਲ ਹੈ ਕਿ ਆਪਾਂ ਉਹ ਸਰਾਰੀ ਕਿ ਫਰਾਰੀ ਕੀ ਨਾ ਆ, ਉਹ ਇੱਕ ਸਿੰਗਲਾ ਜੀ ਜਾਂ ਜਿਹੜਾ ਉਹ ਰਤਨ ਅਨਮੋਲ ਹੈ, ਉਹਦੀ ਆਪਾਂ ਗੱਲ ਪਾਸੇ ਛੱਡ ਦਈਏ। ਹਫ਼ਤਾ ਪਹਿਲਾਂ ਇੱਕ ਵੀਡੀਓਜ਼ ਆਈਆਂ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ, ਜਿਹਦੇ ਵਿੱਚ ਉਹ ਕੰਮ ਬਦਲੇ ਸ਼ਰੇਆਮ ਪੈਸਾ ਮੰਗ ਰਹੇ। ਉਹ ਤੁਸੀਂ ਵੀ ਦੇਖੀਆਂ ਹੋਣੀਆਂ, ਤੁਸੀਂ ਚਲਾਈਆਂ ਵੀ ਹੋਣਗੀਆਂ, ਸਾਰੇ ਚੈਨਲਾਂ ਤੇ ਚੱਲੀਆਂ ਨੇ, ਚਰਚਾ ਚੱਲੀ।
ਔਰ ਇਹਨਾਂ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ, ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ। ਤੇ ਅੱਜ ਕੀ ਹਫ਼ਤਾ ਨਹੀਂ ਹੋਇਆ, ਉਹਨਾਂ ਚੋਂ ਇੱਕ ਗੁਰਪ੍ਰੀਤ ਸਿੰਘ ਪੁੱਚਰਿਆ ਜਿਹਨੂੰ ਮਾਨਸਾ ਮਾਰਕੀਟਿੰਗ ਕਮੇਟੀ ਦਾ ਚੇਅਰਮੈਨ ਲਾਤਾ। ਇਹ ਇੰਨੇ ਕਿ ਇਮਾਨਦਾਰ ਜੇ ਜਿਹੜਾ ਸਾਬਤ ਹੋ ਗਿਆ, ਜਿਹਨੂੰ ਉਹਨਾਂ ਪਾਰਟੀ ਚੋਂ ਕੱਢਤਾ, ਵਾਪਸ ਵੀ ਨਹੀਂ ਲਿਆ, ਹਫ਼ਤਾ ਪਹਿਲਾਂ ਕੱਢਿਆ ਤੇ ਅੱਜ ਉਹਨੂੰ ਮਾਰਕੀਟ ਕਮੇਟੀ ਮਾਨਸਾ ਦਾ ਚੇਅਰਮੈਨ ਲਾਤਾ। ਇਹਦਾ ਜਵਾਬ ਦੇ ਦਿਓ। ਇਹ ਕਿਹੜਾ ਗੁਰੂ ਤੁਹਾਡੇ ਕੋਲੇ ਫਾਰਮੂਲਾ ਆ? ਕਿਹੜੀ ਵਾਸ਼ਿੰਗ ਮਸ਼ੀਨ ਰੱਖੀ ਜੇ ਕਿ ਹਫ਼ਤਾ ਪਹਿਲਾਂ ਤੁਸੀਂ ਉਹਨੂੰ ਕਰਪਟ ਕਹਿ ਰਹੇ ਜੇ? ਹਾਂਜੀ, ਉਹ ਵੀ ਉਦੋਂ ਜਦੋਂ ਰੌਲਾ ਪੈ ਗਿਆ, ਜਦੋਂ ਵੀਡੀਓ ਸਾਹਮਣੇ ਆ ਗਈਆਂ ਤੇ ਹਫ਼ਤਾ ਪਹਿਲਾਂ ਤੁਸੀਂ ਬਾਹਰ ਕੱਢ ਰਹੇ ਜੇ। ਬਲਟੋਹਾ ਸਾਹਿਬ, ਮੇਰੇ ਕੋਲ ਸਮਾਂ ਖਤਮ ਹੋ ਰਿਹਾ ਸਰ, ਮੈਨੂੰ ਜਵਾਬ ਲੈਣਾ ਹੋਏਗਾ, ਇਸ ਕਰਕੇ ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ। ਮਿੱਤਲ ਸਾਹਿਬ, ਫਾਈਨਲ ਰਿਐਕਸ਼ਨ ਦੇ ਦਿਓ, ਫਾਈਨਲ ਰਿਐਕਸ਼ਨ ਦੇ ਦਿਓ। ਬਹੁਤ ਸਾਰੇ ਐਲੀਗੇਸ਼ਨਸ ਦੇ ਵਿਚਾਲੇ ਜਲੰਧਰ ਵਾਲੀ ਇਲੈਕਸ਼ਨ ਹੈ। ਨਹੀਂ ਦੇਖੋ, ਗੱਲ ਇਹ ਆ, ਜਲੰਧਰ ਵਾਲੀ ਇਲੈਕਸ਼ਨ ਤਾਂ ਮੈਂ ਪਹਿਲਾਂ ਹੀ ਗੱਲ ਕਹੀ ਆ ਕਿ ਜਲੰਧਰ ਇਲੈਕਸ਼ਨ ਜਿਹੜੀ ਹੈਗੀ ਆਮ ਆਦਮੀ ਪਾਰਟੀ ਜਿੱਤੇਗੀ, ਹਰ ਹਾਲਤ ਦੇ ਵਿੱਚ ਜਿੱਤੇਗੀ, ਔਰ ਬੀਜੇਪੀ ਦੀ ਜ਼ਮਾਨਤ ਜ਼ਬਤ ਹੋਣੀ ਹੈ ਔਰ ਅਕਾਲੀ ਦਲ ਦੀ ਜ਼ਮਾਨਤ ਜਿਹੜੀ ਹੈਗੀ ਆ ਉਹ ਜ਼ਬਤ ਹੋਣੀ ਹੈ। ਤੁਹਾਡੇ ਸਾਹਮਣੇ ਸਾਰਾ ਰਿਜ਼ਲਟ, ਤੁਹਾਡੇ ਸਾਹਮਣੇ ਸਾਰਾ ਜਿਹੜਾ ਰਿਜ਼ਲਟ ਉਹ ਆ ਰਿਹਾ। ਅਕਾਲੀ ਦਲ ਨੂੰ ਤਾਂ ਕੈਂਡੀਡੇਟ ਹੀ, ਮੈਂ ਤਾਂ ਕਹਿ ਰਿਹਾ ਪਹਿਲਾਂ ਵੀ, ਅਕਾਲੀ ਦਲ ਨੂੰ ਕੈਂਡੀਡੇਟ ਲੋਕਲ ਹੀ ਨਹੀਂ ਮਿਲਿਆ, ਇਹਨਾਂ ਨੇ ਕੈਂਡੀਡੇਟ ਵੀ ਬਾਹਰੋਂ ਲੈ ਕੇ ਆਂਦਾ। ਦੂਜੀ ਗੱਲ ਜਿਹੜੀ ਬਲਟੋਹਾ ਸਾਹਿਬ ਨੇ ਗੱਲ ਕੀਤੀ ਹੈ ਪੁੱਚਰ ਦੀ, ਗੁਰਪ੍ਰੀਤ ਪੁੱਚਰ ਦੀ ਜਿਹੜੀ ਗੱਲ ਕੀਤੀ ਹੈ, ਜਿਹੜਾ ਗੁਰਪ੍ਰੀਤ ਪੁੱਚਰ ਦਾ ਮਾਮਲਾ ਨਾ, ਉਹ ਜਦੋਂ ਉਹ ਬਿਲਕੁਲ ਉਹਨਾਂ ਨੂੰ ਪਾਰਟੀ ਨੇ ਕੱਢਿਆ ਹੈਗਾ, ਪਰ ਜਿੱਦ ਤੱਕ ਉਹਨਾਂ ਦੀ ਮੇਰੇ ਖਿਆਲ ਜਿਹੜੀ ਮਾਰਕੀਟ ਕਮੇਟੀ ਦੀ ਗੱਲ ਸੀਗੀ, ਉਹਨਾਂ ਦੀ ਅਨਾਉਂਸਮੈਂਟ ਕਿਤੇ ਪਹਿਲਾਂ ਦੀ ਹੋਈ ਵੀ ਸੀ, ਸ਼ਾਇਦ ਨੋਟੀਫਿਕੇਸ਼ਨ ਜਿਹੜਾ ਹੈਗਾ ਅੱਜ ਸਾਰਿਆਂ ਦਾ ਹੋਇਆ ਤੇ ਉਹ ਵਿੱਚ ਹੀ ਮੇਰੇ ਖਿਆਲ ਨਾਲ ਹੋ ਗਿਆ, ਅੱਜ ਨੋਟੀਫਿਕੇਸ਼ਨ ਹੋਈ ਹੈ, ਵਾਪਸ ਹੋ ਜਾਏਗਾ। ਠੀਕ ਹੈ, ਚਲੋ ਬਲਟੋਹਾ ਸਾਹਿਬ, ਮੈਂ ਮਾਫੀ ਚਾਹੂੰਗਾ, ਫਾਈਨਲ ਕਮੈਂਟ ਨਹੀਂ ਲੈ ਪਾਉਂਗਾ। ਸ਼ੁਕਰੀਆ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਜਲੰਧਰ ਇਲੈਕਸ਼ਨ ਦਾ ਜ਼ਿਕਰ ਹੋ ਰਿਹਾ ਔਰ ਕਾਬਿਲ ਗੌਰ ਵੀ ਹੈ, ਜਾਂ ਕਹੀਏ ਕਿ ਦਿਲਚਸਪੀ ਵੀ ਹੈ ਕਿ ਜਦੋਂ ਇਲੈਕਸ਼ਨ ਦਾ ਜ਼ਿਕਰ ਹੁੰਦਾ ਨਾ ਤਾਂ ਫਿਰ ਜਿੰਨੇ ਵੀ ਇਸ਼ੂਜ਼ ਨੇ ਉਹ ਸਾਰਿਆਂ ਦੇ ਉੱਤੇ ਚਰਚਾ ਹੁੰਦੀ ਹੈ। ਪਿਛਲੇ 1 ਸਾਲ ਦੇ ਦੌਰਾਨ ਜੋ ਕੁਝ ਹੋਇਆ ਉਸ ਦੇ ਉੱਤੇ ਗੱਲਬਾਤ ਹੋ ਰਹੀ ਹੈ, ਜਾਂ ਕਰੰਟ ਜੋ ਇਸ ਸਮੇਂ ਮੌਜੂਦਾ ਸਥਿਤੀ ਹੈ ਉਸ ਦੇ ਉੱਤੇ ਵੀ ਗੱਲ ਹੋ ਰਹੀ ਹੈ। ਪਰ ਫੈਸਲਾ ਜਲੰਧਰ ਦੇ ਲੋਕ ਕਰਨਗੇ, ਜਲੰਧਰ ਲੋਕ ਸਭਾ ਹਲਕੇ ਦੇ ਵੋਟਰ ਕਰਨਗੇ। 10 ਮਈ ਨੂੰ ਔਰ 13 ਮਈ ਨੂੰ ਪਤਾ ਲੱਗੇਗਾ ਕਿ ਕਿਸ ਦੇ ਹੱਕ ਦੇ ਵਿੱਚ ਕਿਹੜਾ ਫੈਕਟਰ ਚਲਾ ਗਿਆ ਜਾਂ ਕਿਸ ਦੇ ਦਾਅਵੇ 'ਚ ਦਮ ਸੀ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ।